रंगां दे कर इशारे ए पेत खोल दिए, खामोशियां दी तुती दुनिया च बोल दिए, चंगे बुरे नू कोमल लीकां ते तोल दिए, खामोश चित्तरां चों तहजीब बोल दिए, खामोश चित्तरां चों तहजीब बोल दिए, तहजीब बोल दिए, तहजीब बोल दिए। ਸ਼ਬਦਾਂ ਦੇ ਵਣਜਾਰਿਆਂ ਨਾਲ ਸੰਵਾਦ ਕਰਦੇ ਕਰਦੇ ਅਸੀਂ ਪਹੁੰਚ ਗਏ ਹਾਂ ਇਸ ਸ਼ਬਦ ਗਾਹ ਦੇ ਵਿੱਚ। ਅਸੀਂ ਪਹੁੰਚੇ ਹਾਂ ਸ਼ਬਦਾਂ ਦੇ ਲਫ਼ਜ਼ਾਂ ਦੇ ਤੀਰਥ ਇਸ ਪੁਸਤਕਾਲੇ ਦੇ ਵਿੱਚ, ਲਾਇਬ੍ਰੇਰੀ ਦੇ ਵਿੱਚ। ਤੇ ਫਿਰ ਕਿਉਂ ਨਾ ਇਸ ਮੁਲਾਕਾਤ ਦਾ ਆਗਾਜ਼ ਕੀਤਾ ਜਾਏ ਬਿਰਹਾ ਦਾ ਤੀਰਥ ਆਖੀ ਜਾਂਦੀ ਮਾਂ ਤੋਂ, ਜਿਸ ਮਾਂ ਨੇ ਕਹਾਣੀਕਾਰ ਨਾਵਲਕਾਰ ਜਸਵੀਰ ਰਾਣਾ ਨੂੰ ਜਨਮ ਦਿੱਤਾ। ਲਫ਼ਜ਼ਾਂ ਦੀ ਦੁਨੀਆ YouTube ਚੈਨਲ ਦੇ ਜ਼ਰੀਏ ਆਓ ਰੂਬਰੂ ਹੁੰਦੇ ਹਾਂ ਪੰਜਾਬੀ ਦੇ ਉਸਤਾਦ ਗਲਪਕਾਰ ਜਸਵੀਰ ਰਾਣਾ ਦੇ। ਪੰਜਾਬੀ ਕਹਾਣੀ ਨੂੰ ਸਿਖਰ ਦੁਪਹਿਰੇ ਜਿਹਾ ਭਰ ਜਵਾਨ ਕਰਨ ਵਾਲਾ ਤੇ ਇਸ ਦੇ ਕਲਾ ਪੱਟ ਤੇ ਮੋਰਨੀ ਵਾਹੁਣ ਵਾਲਾ ਕਹਾਣੀਕਾਰ ਜਸਵੀਰ ਰਾਣਾ ਰੂਬਰੂ ਇਸ ਗੁਫ਼ਤਗੂ ਦੇ ਜ਼ਰੀਏ। ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ ਕਿ ਗੱਲਬਾਤ ਕਰਨ ਲਈ ਇੱਥੇ ਮਿਲ ਬੈਠੇ ਹੋ। ਜੀ ਜਸਵੀਰ ਰਾਣਾ ਜੀ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਲਫ਼ਜ਼ਾਂ ਦੀ ਦੁਨੀਆ ਚੈਨਲ ਦੇ ਤਮਾਮ ਦਰਸ਼ਕਾਂ ਵੱਲੋਂ ਤੇ ਖਾਸ ਕਰਕੇ ਜਦੋਂ ਤੁਹਾਡੀ ਗੱਲ ਹੋਵੇ ਤਾਂ ਪਾਠਕਾਂ ਵੱਲੋਂ, ਕਿ ਤੁਸੀਂ ਕਹਾਣੀ ਕਲਾ ਵੱਲ ਕਿਵੇਂ ਰੁਚਿਤ ਹੋਏ, ਕਿਵੇਂ ਪਨਪੀ ਤੁਹਾਡੇ ਅੰਦਰ ਇਹ ਗਲਪ ਕਲਾ? ਹਾਂਜੀ ਰਵਨੀਤ, ਇਹ ਗੱਲ ਇਸ ਤਰ੍ਹਾਂ ਪਨਪੀ ਪੈਦਾ ਹੋਈ ਕਿ ਮੈਂ ਜਦੋਂ ਸਕੂਲ ਜਾਂ ਕਾਲਜ ਪੜ੍ਹਦਾ ਸੀ ਤਾਂ ਥੋੜ੍ਹਾ ਬਹੁਤ ਉਦੋਂ ਸਾਹਿਤ ਨਾਲ ਜੁੜਿਆ ਹੋਇਆ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸਹੀ ਤਰੀਕੇ ਨਾਲ ਪੜ੍ਹੀਦਾ ਕਿਵੇਂ ਹੈ ਜੀ। ਇਸ ਕਰਕੇ ਮੈਂ MA ਕਰਨ ਤੋਂ ਬਾਅਦ MPhil ਤੇ PhD ਕਰਨੀ ਚਾਹੁੰਦਾ ਸੀ। ਅਗਿਆਨਤਾ ਵਸ ਕਹਿ ਲਓ ਜਾਂ ਸਹੀ ਸੇਧ ਨਾ ਮਿਲਣ ਕਰਕੇ ਕਹਿ ਲਓ ਕਿ ਮੈਂ MPhil ਤੇ PhD ਕਰ ਨਹੀਂ ਸਕਿਆ ਜੀ। ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਵਾਪਸ ਮੋੜਿਆ ਇਹ ਕਹਿ ਕੇ ਕਿ ਤੇਰੀ ਪਰਸੈਂਟੇਜ ਘੱਟ ਹੈ, ਨੰਬਰ ਘੱਟ ਨੇ, ਇਸ ਲਈ ਤੂੰ ਯੋਗ ਨਹੀਂ, MPhil ਕਰ ਨਹੀਂ ਸਕਦਾ, PhD ਕਰ ਨਹੀਂ ਸਕਦਾ। ਸੋ ਅੱਗੇ ਵੀ ਕਿਸੇ ਨੇ ਕੁਝ ਨਹੀਂ ਦੱਸਿਆ ਕਿ ਹੁਣ ਕੀ ਕਰਾਂ। ਆਪ ਹੀ ਮੈਂ ਕਿਤਾਬਾਂ ਦੇ ਰਾਹ ਪਿਆ, ਅੱਖਰਾਂ ਸ਼ਬਦਾਂ ਤੇ ਵਿਚਾਰਾਂ ਦੇ ਰਾਹ ਪਿਆ, ਔਰ ਉਸ ਰਾਹ ਦੇ ਉੱਤੇ ਤੁਰਦਾ ਤੁਰਦਾ ਮੈਂ ਕਹਾਣੀਆਂ ਲਿਖਣ ਲੱਗਿਆ। ਕਹਾਣੀਆਂ ਲਿਖਦਾ ਲਿਖਦਾ ਅੱਜ 2021 ਤੱਕ ਪਹੁੰਚਿਆ, ਔਰ ਕਹਾਣੀ ਹੀ ਮੇਰਾ ਪਹਿਲਾ ਇਸ਼ਕ ਹੈ, ਕਹਾਣੀ ਹੀ ਮੇਰਾ ਗੁਰੂ ਹੈ, ਕਹਾਣੀ ਹੀ ਉਹ ਇੱਕ ਕਹੀਏ ਕਿ ਸਾਧਨ ਹੈ, ਉਹ ਇੱਕ ਸ਼ਕਤੀ ਹੈ ਜਿਹਨੇ ਮੈਨੂੰ ਜਿਹੜਾ ਗੁੰਮਨਾਮ ਹੋ ਗਿਆ ਸੀ, ਜਿਹਦੀ ਕਹੋ ਕਿ ਯੋਗਤਾ ਹੈ ਪੜ੍ਹਨ ਲਿਖਣ ਦੀ, ਪਹਿਚਾਣੀ ਨਹੀਂ ਗਈ ਉਹਦੇ ਸਕੂਲ ਕਾਲਜ ਟਾਈਮ, ਉਸ ਦੀ ਯੋਗਤਾ ਨੂੰ ਪਹਿਚਾਣਿਆ ਤੇ ਫਿਰ ਇੱਕ ਸੱਦਾ ਦਿੱਤਾ ਕਿ ਆ ਜਸਵੀਰ, ਸਾਡੇ ਕੋਲ ਆ। ਸ਼ਬਦਾਂ ਨੇ ਕਿਹਾ, ਕਹਾਣੀ ਨੇ ਕਿਹਾ, ਅਸੀਂ ਤੈਨੂੰ ਪਹਿਚਾਣ ਦਿੰਦੇ ਹਾਂ, ਅਸੀਂ ਤੈਨੂੰ ਯੋਗ ਬਣਾਉਂਦੇ ਹਾਂ। ਇਸ ਤਰ੍ਹਾਂ ਮੈਂ ਉਸ ਅਧੂਰੇਪਨ ਚੋਂ ਜਿਹੜਾ ਪੜ੍ਹ ਨਹੀਂ ਸਕਿਆ ਠੀਕ, ਉਸ ਨੂੰ ਭਰਨ ਵਾਸਤੇ ਮੈਨੂੰ ਅਕਸਰ ਲੱਗਦਾ ਹੁੰਦਾ ਕਿ ਮੈਂ ਕਹਾਣੀ ਲਿਖਣ ਦੇ ਵੱਲ ਆਇਆ। ਜਿਹੜੀ MPhil ਤੇ PhD ਕਰ ਨਹੀਂ ਸਕਿਆ ਸੀ, ਹੁਣ ਜਦੋਂ ਕਿੰਨੀਆਂ ਹੀ MPhil'ਾਂ PhD'ਆਂ ਕਹਾਣੀਆਂ ਤੇ ਹੁੰਦੀਆਂ ਨੇ ਤਾਂ ਉਸ ਸਟੂਡੈਂਟ ਨੂੰ, ਉਸ ਵਿਦਿਆਰਥੀ ਨੂੰ ਆਰਾਮ ਆਉਂਦਾ ਹੈ ਕਿ ਹਾਂ ਹੁਣ ਮੈਂ ਠੀਕ ਪੜ੍ਹ ਰਿਹਾ, ਹਾਂ ਹੁਣ ਮੈਂ ਠੀਕ ਕਹੋ ਕਿ ਪਾਠਸ਼ਾਲਾ ਦੇ ਵਿੱਚ ਹਾਂ।
ਜੀ, ਤੁਸੀਂ ਪੰਜਾਬੀ ਕਹਾਣੀ ਨੂੰ ਵੀ ਨਵੀਂ ਪਛਾਣ ਦਿੱਤੀ ਹੈ ਤੇ ਬਹੁਤ ਸਾਰੇ ਐਮਫਿਲ PhD ਦੇ ਜਿਹੜੇ ਥੀਸਿਸ ਨੇ ਉਹ ਯਕੀਨਨ ਤੁਹਾਡੀਆਂ ਰਚਨਾਵਾਂ ਤੇ ਆਧਾਰਿਤ ਹੋਣਗੇ। ਕਹਾਣੀ ਨੂੰ ਪਹਿਚਾਨ ਦਿੱਤੀ ਹੈ, ਇਹ ਗੱਲ ਕਹਾਂ ਤਾਂ ਛੋਟੀ ਹੈ। ਅਗਰ ਇਹ ਗੱਲ ਮੈਂ ਕਹਾਂ ਕਿ ਕਹਾਣੀ ਨੇ ਮੈਨੂੰ ਪਹਿਚਾਨ ਦਿੱਤੀ ਹੈ ਤਾਂ ਗੱਲ ਵੱਡੀ ਹੈ, ਕਿਉਂਕਿ ਮੈਂ ਪੰਜਾਬੀ ਕਹਾਣੀ ਬੇਪਛਾਣ ਨਹੀਂ ਸੀ, ਮੈਂ ਜਸਵੀਰ ਰਾਣਾ ਬੇਪਛਾਣ ਸੀ ਜੀ। ਮੈਂ ਆਪਣੀ ਸ਼ਨਾਖਤ ਵਾਸਤੇ, ਪਹਿਚਾਨ ਵਾਸਤੇ ਕਿ ਮੈਂ ਵੀ ਹਾਂ ਭਾਈ, ਮੇਰੇ ਕੋਲ ਵੀ ਕੋਈ ਗੱਲ ਹੈ, ਮੈਂ ਵੀ ਕੁਝ ਦੱਸਣਾ ਚਾਹੁੰਦਾ, ਮੈਂ ਵੀ ਕੁਝ ਲਿਖਣਾ ਪੜ੍ਹਨਾ ਚਾਹੁੰਦਾ। ਸੋ ਇਸ ਪ੍ਰਵਿਰਤੀ ਦੇ ਵਿੱਚੋਂ ਮੈਂ ਕਹਾਣੀ ਦੇ ਨਾਲ ਜੁੜਿਆ ਔਰ ਉਹ ਕਹਾਣੀਆਂ ਨੂੰ ਮਾਨਤਾ ਵੀ ਮਿਲੀ ਹੈ। ਜਿੰਨੀਆਂ ਕੁ ਵੀ ਲਿਖੀਆਂ ਨੇ ਹੁਣ ਤੱਕ 25 ਕਹਾਣੀਆਂ ਲਿਖੀਆਂ ਨੇ ਜੀ, ਸਮਝ ਲਓ 22-23 ਸਾਲਾਂ 'ਚ। ਉਹਨਾਂ ਕਹਾਣੀਆਂ ਨੂੰ ਪਹਿਚਾਨ ਵੀ ਮਿਲੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਤੁਸੀਂ ਪੁੱਛਿਆ ਐਮਫਿਲਾਂ PhDਆਂ ਸਿਲੇਬਸਾਂ ਦੇ ਵਿੱਚ ਕਹਾਣੀਆਂ ਕਿਤਾਬਾਂ ਲੱਗਣ ਦੀ ਇੱਕ ਲੰਬੀ ਗੱਲ ਆ ਜੀ। ਸੋ ਇਹ ਗੱਲ ਤੱਕ ਪਹੁੰਚਣ ਵਾਸਤੇ, ਜਸਵੀਰ ਤੋਂ ਜਸਵੀਰ ਰਾਣਾ ਬਣਨ ਵਾਸਤੇ ਮੈਂ ਲਗਾਤਾਰ ਅਭਿਆਸ ਕੀਤਾ, ਰਿਆਜ਼ ਕੀਤਾ, ਬੜੀ ਮਿਹਨਤ ਕੀਤੀ ਹੈ। ਇੱਕ ਸੁਲੱਗ ਮਾਂ ਦਾ ਪੁੱਤ ਹੋਣ ਦੇ ਨਾਤੇ, ਮਾਂ ਬੋਲੀ ਦਾ ਪੁੱਤ ਹੋਣ ਦੇ ਨਾਤੇ। ਮਾਂ ਬੋਲੀ ਦਾ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਦਿਵਸ ਮਨਾਇਆ ਜਾਣਾ, ਕਿ ਕਿਤੇ ਨਾ ਕਿਤੇ ਮਾਂ ਬੋਲੀ ਲਈ ਸਾਡੀ ਅਣਦੇਖੀ ਜਾਂ ਅਣਗਹਿਲੀ ਵੱਲ ਸੰਕੇਤ ਤਾਂ ਨਹੀਂ ਕਰਦਾ? ਹਾਂ, ਬਿਲਕੁਲ। ਸਾਡੀ ਮਾਂ ਬੋਲੀ ਪੰਜਾਬੀ ਹੈ ਜਿਹੜੀ, ਉਸ ਦੀ ਅਸੀਂ ਅਣਦੇਖੀ ਤੇ ਅਣਗਹਿਲੀ ਤੁਸੀਂ ਕਿਹਾ ਉਹਦੇ ਵੱਲ ਹੀ ਸੰਕੇਤ ਕਰਦਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹਰ ਮਨੁੱਖ ਨੂੰ ਕੁਦਰਤ ਵੱਲੋਂ ਦਿੱਤੀਆਂ ਹੁੰਦੀਆਂ। ਉਹਦੇ ਵਿੱਚ ਇੱਕ ਹੁੰਦੀ ਆ ਉਹਦੀ ਮਾਂ, ਇੱਕ ਹੁੰਦੀ ਆ ਉਹਦੀ ਮਾਂ ਬੋਲੀ। ਜਦੋਂ ਕਿਸੇ ਬੰਦੇ ਨੂੰ ਇਹ ਦੱਸਣਾ ਪੈ ਜਾਵੇ ਕਿ ਇਹ ਮੇਰੀ ਮਾਂ ਹੈ, ਇਹ ਮੇਰੀ ਮਾਂ ਬੋਲੀ ਹੈ, ਤਾਂ ਸਮਝ ਲਓ ਕਿ ਗੜਬੜ ਕਿਤੇ ਹੈ ਦੱਸਣ ਵਾਲੇ ਬੰਦੇ ਦੀ ਲਾਈਫ 'ਚ ਔਰ ਪੁੱਛਣ ਵਾਲੇ ਬੰਦੇ ਦੀ ਲਾਈਫ 'ਚ। ਹੁਣ ਅਸੀਂ ਗੱਲ ਕਰੀਏ ਪੰਜਾਬੀ ਸਮਾਜ ਦੀ, ਪੰਜਾਬੀ ਮਨੁੱਖ ਦੀ, ਪੰਜਾਬੀ ਮਾਂ ਬੋਲੀ ਦੀ, ਤਾਂ ਸਿੱਧੀ ਜੀ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਇਹਨਾਂ ਸਮਿਆਂ ਦੇ ਵਿੱਚ ਸਾਡੇ ਅਣਦੇਖਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਪ੍ਰਤੀ ਅਸੀਂ ਬਹੁਤ ਹੀ ਵੱਡੀ ਪੱਧਰ 'ਤੇ ਅਣਗਹਿਲੀ ਵਰਤ ਰਹੇ ਹਾਂ, ਔਰ ਇਸ ਕਾਰਨ ਜਿਨ੍ਹਾਂ ਨੂੰ ਅਸੀਂ ਮਾਰਨ ਲੱਗ ਪਏ ਹਾਂ, ਵਿਸਾਰਨ ਲੱਗ ਪਏ ਹਾਂ, ਨਿਸ਼ਚਿਤ ਤੌਰ 'ਤੇ ਪੰਜਾਬੀ ਮਾਂ ਬੋਲੀ ਸਾਡੀ ਉਹਨਾਂ ਦੇ ਵਿੱਚੋਂ ਇੱਕ ਹੈ। ਕਿਉਂਕਿ ਮੈਂ ਪਹਿਲਾਂ ਜਿਵੇਂ ਕਿਹਾ ਕਿ ਜਦੋਂ ਸਾਨੂੰ ਇਹ ਦੱਸਣਾ ਪਵੇ ਕਿ ਇਹ ਸਾਡੀ ਮਾਂ ਹੈ, ਇਹ ਮਾਂ ਬੋਲੀ ਹੈ, ਸਮਝ ਲਓ ਕਿਤੇ ਕੋਈ ਗੱਲ ਹੈ, ਖਤਰਾ ਹੈ। ਲਾਜ਼ਮੀ ਤੌਰ ਦੇ ਉੱਤੇ ਖਤਰੇ ਜਿਹੜੇ ਵੱਖ-ਵੱਖ ਚੀਜ਼ਾਂ 'ਤੇ ਮੰਡਰਾ ਰਹੇ ਨੇ, ਮਾਂ ਬੋਲੀ 'ਤੇ ਵੀ ਮੰਡਰਾ ਰਹੇ ਨੇ, ਪੰਜਾਬੀ ਮਨੁੱਖ 'ਤੇ ਵੀ ਮੰਡਰਾ ਰਹੇ ਨੇ, ਸਾਡੇ ਸੱਭਿਆਚਾਰ 'ਤੇ ਵੀ ਮੰਡਰਾ ਰਹੇ ਨੇ। ਹਰ ਮਨੁੱਖ ਨੂੰ, ਹਰ ਧਿਰ ਨੂੰ, ਹਰ ਅਦਾਰੇ ਨੂੰ, ਹਰ ਸੈਕਟਰ ਨੂੰ ਆਪਣਾ ਵਪਾਰ ਕਰਨ ਦਾ, ਆਪਣਾ ਕੰਮ ਕਰਨ ਦਾ ਹੱਕ ਹੈਗਾ ਕੁਦਰਤੀ ਤੌਰ 'ਤੇ, ਕਿ ਉਹ ਉਹਦੀ ਪ੍ਰਚਾਰ ਕਰੇ, ਉਸ ਨੂੰ ਬੜਾਵਾ ਦੇਵੇ ਅਤੇ ਉਸ ਦੇ ਵਿੱਚੋਂ ਮੁਨਾਫਾ ਕਮਾਵੇ। ਪਰ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਅਦਾਰੇ ਨੂੰ, ਕਿਸੇ ਵੀ ਸੈਕਟਰ ਨੂੰ, ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਖੋਹ ਕੇ ਕਿਸੇ ਤੋਂ ਕੁਛ ਹੱਕ ਨਹੀਂ ਕਿ ਆਪਣਾ ਮੁਨਾਫਾ ਕਰੇ, ਆਪਣਾ ਵਪਾਰ ਕਰੇ। ਅਸੀਂ ਜਿਨ੍ਹਾਂ ਸਮਿਆਂ ਦੇ ਵਿੱਚੋਂ ਦੀ ਲੰਘ ਰਹੇ ਹਾਂ, ਤਾਜ਼ੀ ਉਦਾਹਰਨ ਲੈਣੀ ਹੋਵੇ, ਕਿਸਾਨ ਅੰਦੋਲਨ ਤੁਹਾਡੇ ਸਾਹਮਣੇ ਹੈ, ਜਿੱਥੇ ਸਾਡੀ ਜਿਹਨੂੰ ਅਸੀਂ ਧਰਤੀ ਮਾਂ ਕਹਿੰਦੇ ਹਾਂ, ਜਿੱਥੇ ਹਲ ਵਾਹੁੰਦੇ ਹਾਂ, ਜਿੱਥੋਂ ਅਸੀਂ ਫਸਲ ਉਗਾਉਂਦੇ ਹਾਂ, ਰੋਟੀ ਖਾਂਦੇ ਹਾਂ, ਹੈ ਨਾ। ਹੁਣ ਸਭ ਤੋਂ ਵੱਡਾ ਸੰਕਟ ਸਾਡੇ ਦਰਪੇਸ਼ ਹੈਗਾ ਕਿ ਮਾਂ ਧਰਤੀ ਹੀ ਸਾਡੀ ਖੋਹਣ ਦੀ ਕਵਾਇਦ ਹੈ ਜਿਹੜੀ ਉਹ ਚੱਲ ਰਹੀ ਹੈ। ਉਸ ਦੇ ਸਮਾਨ ਅੰਤਰ ਹੀ ਕਾਫੀ ਸਮੇਂ ਤੋਂ ਮਾਂ ਬੋਲੀ ਹੈ ਜਿਹੜੀ ਸਾਡਾ ਸੱਭਿਆਚਾਰ ਹੈ ਪੰਜਾਬੀ, ਉਸ ਦੇ ਵਿੱਚ ਜਿਹੜੇ ਬਹੁਤ ਖੂਬਸੂਰਤ ਸ਼ਬਦ ਨੇ। ਮੈਂ ਮਿਸਾਲ ਦੇਵਾਂ, ਸ਼ਬਦਾਂ ਨੂੰ ਮਾਰਨ ਦੀ, ਸ਼ਬਦਾਂ ਨੂੰ ਸੁੰਗੇੜਨ ਦੀ, ਰਿਡਿਊਸ ਕਰਨ ਦੀ ਇੱਕ ਬਹੁਤ ਹੀ ਪਲੈਨਡ ਮਰਡਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਚੱਲ ਰਿਹਾ। ਹੁਣ ਬਹੁਤ ਸਾਰੇ ਸ਼ਬਦ ਨੇ ਸਾਡੇ ਕੋਲ, ਤੁਸੀਂ ਕਹਿੰਦੇ ਹੋ ਕਿ ਸਤਿ ਸ੍ਰੀ ਅਕਾਲ ਮਿਲਦੇ ਹੋ, ਅਸੀਂ ਉਹਨੂੰ SSA 3 ਦੇ ਵਿੱਚ ਰਿਡਿਊਸ ਕਰਤਾ, ਉਹਨੂੰ ਸੁੰਗੇੜਤਾ, ਉਹਨੂੰ ਛੋਟਾ ਕਰਤਾ। ਇਹ ਸ਼ਬਦ ਦੀ ਮੌਤ, ਇਹ ਸ਼ਬਦ ਦੀ ਜਿਹੜੀ ਨੈਚੁਰਲ ਆਭਾ ਹੁੰਦੀ ਹੈ, ਉਹਦਾ ਔਰਾ ਹੁੰਦਾ ਹੈ ਨਾ, ਉਹਦੀ ਪੂਰੀ ਸ਼ਕਤੀ ਹੁੰਦੀ ਹੈ, ਉਸ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ। ਛੋਟੀ ਜਿਹੀ ਤੁਹਾਨੂੰ ਉਦਾਹਰਨ ਦਿੱਤੀ ਹੈ। ਅਸੀਂ ਕਿਤੇ ਲਿਖਦੇ ਹਾਂ ਦੁਕਾਨ ਦਾ ਨਾਮ ਕਿ ਗੁਰੂ ਕਿਰਪਾ, ਮੰਨ ਲਓ ਮੈਡੀਕਲ ਸਟੋਰ,
ਅਸੀਂ ਹੁਣ ਗੁਰੂ ਮੈਡੀਕਲ ਸਟੋਰ ਤਾਂ ਪੂਰਾ ਲਿਖ ਲਿਆ, ਦੈਟ ਇਜ਼ ਅੰਗਰੇਜ਼ੀ ਦਾ ਸ਼ਬਦ, ਪਰ ਅਸੀਂ ਜਿਹੜਾ ਮੂਹਰੇ ਗੁਰੂ ਕਿਰਪਾ ਸੀ ਉਹਨੂੰ ਜੀ ਕੇ ਸ਼ਾਰਟ ਕਰਦਾ। ਇਹ ਜਿਹੜੀ ਪ੍ਰਕਿਰਿਆ ਹੈ ਨਾ, ਇਹ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਵੇਖ ਰਿਹਾ ਕਿ ਫਿਕਰਿਆਂ ਦੀ ਵੀ, ਸ਼ਬਦਾਂ ਦੀ ਵੀ, ਗੱਲਾਂ ਦੀ ਵੀ, ਵਰਤਾਰਿਆਂ ਦੀ ਵੀ ਚੱਲ ਰਹੀ ਹੈ। ਮਾਰਨ ਦੀ, ਸੰਗੇੜਨ ਦੀ, ਰਿਡਿਊਸ ਕਰਨ ਦੀ, ਇਹ ਸ਼ਬਦ ਦੀਆਂ ਜਿਹੜੀਆਂ 3 ਸ਼ਕਤੀਆਂ ਹੁੰਦੀਆਂ ਨੇ ਉਹਨਾਂ ਸ਼ਕਤੀਆਂ ਨੂੰ ਕਸ਼ੀਦਣ ਦੀ, ਹੈ ਨਾ, ਮੈਨੂੰ ਲੱਗਦਾ ਪ੍ਰਕਿਰਿਆ ਜਦੋਂ ਇਸ ਤਰ੍ਹਾਂ ਦੀ ਪ੍ਰੋਗਰਾਮਿੰਗ ਚੱਲ ਰਹੀ ਹੋਵੇ ਮੁਨਾਫੇ ਵਾਸਤੇ, ਆਪਣੇ ਵਪਾਰ ਵਾਸਤੇ, ਹੋਰ ਚੀਜ਼ਾਂ ਨੂੰ ਸੱਟ ਮਾਰਨ ਦੀ, ਹੈ ਨਾ, ਉਹਨਾਂ ਤੋਂ ਖੋਹਣ ਦੀ, ਉਹਨਾਂ ਨੂੰ ਰਿਡਿਊਸ ਕਰਨ ਦੀ, ਕਿਲ ਕਰਨ ਦੀ, ਤਾਂ ਸਮਝ ਲਓ ਕਿ ਖਤਰਾ ਹੈ। ਗੱਲ ਕਰਨੀ ਬਣਦੀ ਹੈ, ਕੋਈ ਵੀ ਹੋਰ ਬੰਦਾ ਗੱਲ ਨਹੀਂ ਕਰੂਗਾ। ਤੁਸੀਂ ਤੇ ਮੈਂ, ਆਪਾਂ ਸਾਰੇ ਪੰਜਾਬੀ ਮਾਂ ਬੋਲੀ ਦੇ ਧੀਆਂ ਪੁੱਤਾਂ, ਇਸ ਲਈ ਆਪਾਂ ਨੂੰ ਹੀ ਗੱਲ ਕਰਨੀ ਪਊਗੀ। ਜਦੋਂ ਤੁਹਾਡੀ ਸ਼ਨਾਖਤ ਹੈ ਜਿਹੜੀ, ਹੈ ਨਾ, ਖੋਹੀ ਜਾਣ ਲੱਗ ਪਵੇ, ਜਦੋਂ ਤੁਹਾਡੀ ਪਹਿਚਾਣ ਹੈ ਜਿਹੜੀ ਖੋਹੀ ਜਾਣ ਲੱਗ ਪਵੇ, ਤਾਂ ਦੱਸਣਾ ਬਣਦਾ ਹੈ। ਤੇ ਇਹਨੂੰ ਦੱਸਣ ਦਾ ਕੋਈ ਕੀ ਵਧੀਆ ਤਰੀਕਾ ਹੋ ਸਕਦਾ? ਕਿਹੜੇ ਚੰਗੇ ਤਰੀਕਿਆਂ ਨਾਲ ਅਸੀਂ ਮਾਂ ਬੋਲੀ ਦਿਵਸ ਮਨਾ ਸਕਦੇ ਹਾਂ, ਜਿਹਦੇ ਨਾਲ ਨਵੀਂ ਪੀੜ੍ਹੀ ਵੀ ਇਹਦੇ ਨਾਲ ਜੁੜੇ ਤੇ ਜਿਹੜੇ ਵੀ ਲੋਕ ਇਹਨੂੰ ਵਿਸਾਰ ਰਹੇ ਨੇ ਉਹ ਵੀ ਇਸ ਨਾਲ ਜੁੜਨ? ਬਹੁਤ ਸਾਰੀਆਂ ਚੀਜ਼ਾਂ ਨੇ ਰਵਨੀਤ ਜੀ, ਜਿਹੜੀਆਂ ਐਟ ਏ ਟਾਈਮ ਸਮਾਨਾਂਤਰ ਰੂਪ 'ਚ ਲਾਈਫ ਚੱਲ ਰਹੀਆਂ ਨੇ, ਜ਼ਿੰਦਗੀ 'ਚ ਸਾਡੇ ਚੱਲ ਰਹੀਆਂ ਨੇ, ਔਰ ਬਹੁਤੇ ਵਰਤਾਰਿਆਂ ਦੇ ਪ੍ਰਤੀ ਅਸੀਂ ਅਚੇਤ ਹੈ। ਅਸੀਂ ਸਮਝ ਲਓ ਕਿ ਮੂਰਛਿਤ ਅਵਸਥਾ ਦੇ ਵਿੱਚ ਹੈ ਬਹੁਤ ਲੋਕ, ਕਿ ਚੇਤਨ ਨਹੀਂ, ਜਾਗਰਿਤ ਨਹੀਂ। ਇਹ ਜਿਹੜੀ ਸਾਡੇ ਕੋਲ ਕਿਤਾਬ ਹੈ, ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਬੰਦਾ ਜੰਮਿਆ, ਉਹ ਆਪਣੇ ਖੂਨ ਦੇ ਵਿੱਚ ਹੀ ਇਹ ਗੱਲ ਲੈ ਕੇ ਜਾਂਦਾ ਕਿ ਮੈਂ ਵੇਦਾਂ ਦਾ ਗਿਆਤਾ ਹੋਣਾ। ਮੇਰੀ ਧਰਤੀ ਦੇ ਉੱਤੇ ਵੇਦਾਂ ਦੀ ਰਚਨਾ ਕਰੀ ਗਈ ਹੈ, ਇੱਥੇ ਗ੍ਰੰਥਾਂ ਦੀ ਰਚਨਾ ਕਰੀ ਗਈ ਹੈ, ਇੱਥੇ ਗੁਰੂਆਂ ਪੀਰਾਂ ਫਕੀਰਾਂ ਦੀ ਪੈੜ ਚਾਲ ਗੂੰਜਦੀ ਹੈ ਇਸ ਧਰਤੀ 'ਤੇ ਜਿੱਥੇ ਮੈਂ ਜੰਮਿਆ। ਔਰ ਇਹ ਸਾਰੀ ਪ੍ਰੋਗਰਾਮਿੰਗ ਜਿਹੜੀ ਸਾਡੇ ਪੁਰਖਿਆਂ ਨੇ ਸਾਡੇ ਵਾਸਤੇ ਕੀਤੀ ਹੈ ਨਾ, ਵਿਰਾਸਤ ਦੇ ਵਿੱਚ ਸਾਨੂੰ ਦਿੱਤੀ ਹੈ, ਜਿਹੜੀ ਅਸੀਂ ਖੂਨ 'ਚ ਲੈ ਕੇ ਜੰਮੇ ਹਾਂ, ਉਹ ਇਸ ਕਰਕੇ ਹੈ ਕਿ ਅਸੀਂ ਜਾਗਰਿਤ ਹੋਈਏ, ਅਸੀਂ ਕੌਨਸ਼ੀਅਸ ਹੋਈਏ, ਅਸੀਂ ਹਰ ਵਿਅਕਤੀ, ਵਸਤੂ ਤੇ ਵਰਤਾਰੇ ਦੇ ਪ੍ਰਤੀ ਸੁਚੇਤ ਹੋਈਏ। ਹੁਣ ਸਭ ਤੋਂ ਵੱਡਾ ਸੰਕਟ ਸਾਡਾ, ਪੰਜਾਬੀਆਂ ਦੀ ਗੱਲ ਕਰੀਏ, ਇਹੀ ਹੈ ਕਿ ਅਸੀਂ ਚੇਤਨਾ ਵੱਲ ਪਿੱਠ ਕਰਕੇ ਖੜੇ ਹਾਂ। ਅਸੀਂ ਵੇਦਾਂ ਗ੍ਰੰਥਾਂ ਤੱਕ ਤਾਂ ਬਾਅਦ ਦੇ ਵਿੱਚ ਜਾਣਾ, ਅਸੀਂ ਇਹ ਜਿਹੜੀ ਇੱਕ ਸਧਾਰਨ ਜਿਹੀ ਕਿਤਾਬ ਹੈ ਮੇਰੇ ਤੁਹਾਡੇ ਵਰਗੇ ਬੰਦੇ ਨੇ ਲਿਖੀ ਹੋਈ, ਉਸ ਨੂੰ ਵੀ ਪੜ੍ਹਨ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਸਾਡੇ ਕੋਲ ਹੱਥ ਦੇ ਵਿੱਚ ਉਹ ਕਿਤਾਬ ਹੈ ਜਿਹੜੀ, ਜਿਹਨੇ ਸਾਨੂੰ ਇੱਥੇ ਚੇਤਨਾ ਦੇਣੀ ਸੀ, ਹੈ ਨਾ, ਮੱਥੇ 'ਚ ਦੀਵਾ ਬਾਲਣਾ ਸੀ, ਜਿਹਦੀ ਰੌਸ਼ਨੀ ਦੇ ਵਿੱਚ ਤੁਹਾਨੂੰ ਮਾਂ ਬੋਲੀ ਪੰਜਾਬੀ ਤੇ ਮਾਂ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਨਜ਼ਰ ਆਉਣਾ ਸੀ, ਉਹਦੀ ਪਹਿਚਾਣ ਨਹੀਂ ਗੁਆਚਣੀ ਸੀ, ਧੁੰਦਲੀ ਨਹੀਂ ਪੈਣੀ ਸੀ। ਉਹ ਦੀਵਾ ਬੁਝਾਉਣ ਦਾ ਕੰਮ ਹੋ ਰਿਹਾ, ਹਨੇਰਾ ਕਰਨ ਦਾ ਕੰਮ ਹੋ ਰਿਹਾ ਹੈ, ਕਿਉਂਕਿ ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਦੀ ਜਿਹੜੀ ਟ੍ਰੈਡੀਸ਼ਨ ਹੈ, ਪਰੰਪਰਾ ਹੈ, ਮੈਂ ਪਹਿਲਾਂ ਕਹਿ ਕੇ ਹਟਿਆ, ਉਹ ਸਿਰਫ ਤੇ ਸਿਰਫ ਇੱਕੋ ਹੀ ਮੈਨੂੰ ਲੱਗਦਾ ਹੁੰਦਾ ਸਭ ਤੋਂ ਵੱਡਾ ਹਥਿਆਰ ਹੈ ਸਾਡੇ ਕੋਲ, ਕਿਤਾਬ। ਕਿਤਾਬ ਦੇ ਰਾਹੀਂ ਪੜ੍ਹਨ ਦੇ ਨਾਲ, ਸੰਵਾਦ ਦੇ ਨਾਲ, ਗੱਲਬਾਤ ਦੇ ਨਾਲ, ਹੈ ਨਾ, ਅਸੀਂ ਜਦ ਤੱਕ ਹੈਗੇ ਹਾਂ ਕੁਛ ਕਹਿਣਾ, ਕੁਛ ਸੁਣਨਾ, ਹੈ ਨਾ, ਇਸ ਦੇ ਨਾਲ ਮੈਨੂੰ ਲੱਗਦਾ ਹੈ ਜਾਗ੍ਰਿਤੀ ਤੇ ਚੇਤਨਾ ਦੇ ਨਾਲ ਅਸੀਂ ਸਭ ਤੋਂ ਜ਼ਿਆਦਾ ਇਸ ਦੇ ਸਪੁੱਤ ਹਾਂ, ਜਿਹੜੇ ਸੁਲੱਘ ਧੀਆਂ ਪੁੱਤ ਸਿੱਧ ਹੋ ਸਕਦੇ ਹਾਂ। ਆਪਣੀ ਮਾਂ ਬੋਲੀ ਦੇ ਪ੍ਰਤੀ ਅਸੀਂ ਬਹੁਤ ਵੱਡਾ ਜਿਹੜਾ ਇੱਕ ਕਰਮ ਹੁੰਦਾ, ਸਾਡਾ ਦਾਇਤਵ ਹੁੰਦਾ, ਉਹ ਅਦਾ ਕਰ ਸਕਦੇ ਹਾਂ। ਮੈਨੂੰ ਇਸ ਤਰ੍ਹਾਂ ਲੱਗਦਾ ਪੜ੍ਹਨਾ ਲਿਖਣਾ ਹੀ ਇਹਦਾ ਸਭ ਤੋਂ ਵੱਡਾ ਹੱਲ ਹੈ ਤੇ ਹਥਿਆਰ, ਜਦੋਂ ਅਸੀਂ ਦੂਰ ਜਾ ਰਹੇ ਹਾਂ ਜਾਂ ਸਾਨੂੰ ਲਿਜਾਇਆ ਜਾ ਰਿਹਾ। ਤੁਸੀਂ ਪੰਜਾਬੀ ਦੇ ਜਾਂ ਵਿਸ਼ਵ ਦੇ ਕਿੰਨਾ ਸਾਹਿਤਕਾਰਾਂ ਤੋਂ ਪ੍ਰਭਾਵਿਤ ਹੋਏ ਹੋ ਤੇ ਕਿਹੜੀ ਸਾਹਿਤਿਕ ਰਚਨਾ ਜਿਸ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਮੁਤਾਸਿਰ ਕੀਤਾ? ਜਦੋਂ ਆਪਾਂ ਇਹੀ ਗੱਲ ਕਰਦੇ ਹਾਂ ਤਾਂ ਮੇਰੇ ਸਾਹਮਣੇ ਇੱਕ ਬਹੁਤ ਲੰਬੀ ਕਤਾਰ ਹੈ ਜਿਹੜੀ ਲੇਖਕਾਂ ਦੀ ਵੀ, ਪੰਜਾਬੀ ਤੋਂ ਲੈ ਕੇ ਵਿਸ਼ਵ ਦੀ ਹਰ ਜ਼ੁਬਾਨ ਤੱਕ ਐਂ ਕਤਾਰ ਖੜੀ ਹੋ ਜਾਂਦੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਕਿਹਨੂੰ ਛੱਡਾਂ, ਕਿਹਦਾ ਨਾਮ ਲਵਾਂ। ਇੰਨੀਆਂ ਕਿਤਾਬਾਂ, ਇੰਨੇ ਲੇਖਕ, ਇੰਨੀਆਂ ਰਚਨਾਵਾਂ ਨੇ। ਅਗਰ ਮੁੱਢਲੇ ਤੌਰ ਦੇ ਉੱਤੇ ਗੱਲ ਕਰਨੀ ਹੋਵੇ ਫਿਰ ਵੀ ਤੁਸੀਂ ਕਹੋਗੇ ਵੀ ਕਿਤੇ ਤਾਂ ਖੜ, ਕਿਤੇ ਤਾਂ ਗੱਲ ਕਰ। ਜੇਕਰ ਉਸ ਤਰ੍ਹਾਂ ਕਰਨੀ ਹੋਵੇ ਤਾਂ ਹੁਣੇ ਆਪਾਂ ਜਿਸ ਪਿੰਡ ਤੋਂ ਆਏ ਹਾਂ ਉਹ ਪਿੰਡ ਬੰਭੌਰਾ, ਮੋਹਨ ਭੰਡਾਰੀ ਦਾ ਪਿੰਡ ਹੈ, ਕਹਾਣੀਕਾਰ ਦਾ।
ਉਸ ਪਿੰਡ ਦੇ ਹਰ ਰਸਤੇ ਤੇ, ਹਰ ਮੋੜ ਤੇ, ਹਰ ਗਲੀ 'ਚ, ਨਹਿਰ ਦੀ ਪਟੜੀ ਤੇ ਕਹਾਣੀਆਂ ਹੀ ਕਹਾਣੀਆਂ ਨੇ। ਅਗਰ ਤੁਸੀਂ ਉਹਦੀਆਂ ਕਹਾਣੀਆਂ ਭੰਡਾਰੀ ਦੀਆਂ ਪੜ੍ਹੀਆਂ ਹੋਣ ਤਾਂ ਤੁਸੀਂ ਉਹਨਾਂ ਦੀਆਂ ਲੋਕੇਸ਼ਨਸ, ਘਟਨਾ ਸਥਲ ਨੇ ਜਿਹੜੇ ਪਹਿਚਾਣ ਲਓਗੇ। ਇੱਕ ਤਾਂ ਉਸ ਬੰਦੇ ਨੇ ਮੁੱਢਲੇ ਤੌਰ ਤੇ ਪ੍ਰਭਾਵਿਤ ਕੀਤਾ, ਰਾਮ ਸਰੂਪ ਅਣਖੀ ਉਹਨਾਂ ਦੇ ਸਾਹਿਤ ਨੇ ਬੜਾ ਪ੍ਰਭਾਵਿਤ ਕੀਤਾ, ਪ੍ਰੇਮ ਪ੍ਰਕਾਸ਼ ਹੋਣੀ, ਵਰਿਆਮ ਸੰਧੂ ਹੋਣੀ, ਕੁਲਵੰਤ ਸਿੰਘ ਵਿਰਕ ਹੋਣੀ, ਕਿਹਦਾ ਅੱਜ ਇੱਥੇ ਆਪਾਂ ਬੈਠੇ ਹਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੋਣਾ ਦਾ ਪਿੰਡ ਆ ਇਹ ਜੀ। ਉਹਨਾਂ ਦੀ ਬੜੀ ਸੰਗਤ ਕੀਤੀ, ਉਹਨਾਂ ਨੂੰ ਸਾਰੇ ਦਾ ਸਾਰਾ ਪੜ੍ਹਿਆ। ਬਹੁਤ ਜ਼ਿਆਦਾ ਨੇ, ਬਹੁਤ ਹੀ ਜ਼ਿਆਦਾ ਨੇ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ। ਤੇ ਇੱਕ ਟਾਈਮ ਆਉਂਦਾ ਜਦੋਂ ਤੁਸੀਂ ਆਪਣੀ ਮਾਂ ਬੋਲੀ ਤੋਂ ਰਚਨਾ ਪੜ੍ਹਨੀਆਂ ਸ਼ੁਰੂ ਕਰਕੇ ਪੜ੍ਹਦੇ ਜਾਂਦੇ ਹੋ। ਅਗਰ ਤੁਸੀਂ ਸੱਚੇ ਪਾਠਕ ਹੋ, ਸੱਚੇ ਵਿਦਿਆਰਥੀ ਹੋ, ਤੁਸੀਂ ਸਿੱਖਣਾ ਚਾਹੁੰਦੇ ਹੋ ਜੀ, ਤਾਂ ਤੁਹਾਡੀ ਭੁੱਖ ਪਿਆਸ ਹੈ ਜਿਹੜੀ ਉਹ ਸਦੀਆਂ ਲੰਬੀ ਹੋ ਜਾਂਦੀ ਹੈ, ਟਾਈਮ ਤੋਂ, ਸਮੇਂ ਤੋਂ ਬਾਰਡਰ ਫ੍ਰੀ ਹੋ ਜਾਂਦੀ ਹੈ, ਉਹਦੇ ਲਈ ਕੋਈ ਹਰਡਲ ਨਹੀਂ ਰਹਿੰਦੀ ਜੀ। ਤਾਂ ਤੁਸੀਂ ਹੋਰ ਜ਼ੁਬਾਨਾਂ 'ਚ ਜਾਂਦੇ ਹੋ। ਮੈਂ ਉਸ ਤਰ੍ਹਾਂ ਹਿੰਦੀ ਦੇ ਵਿੱਚ ਗਿਆ, ਬੜਾ ਸਾਹਿਤ ਪੜ੍ਹਿਆ, ਹਿੰਦੀ ਦਾ ਹੁਣ ਵੀ ਪੜ੍ਹਦਾ, ਅੰਗਰੇਜ਼ੀ ਦਾ, ਰਸ਼ੀਅਨ ਹੋਵੇ, ਪਾਕਿਸਤਾਨੀ ਹੋਵੇ, ਕੋਈ ਵੀ ਵਿਧਾ ਸਾਹਿਤ ਦੀ, ਕੋਈ ਵੀ ਲੇਖਕ, ਮੈਨੂੰ ਲੱਗਦਾ ਕਿ ਮੈਂ ਪੜ੍ਹਨ ਤੋਂ ਛੱਡਿਆ ਨਹੀਂ ਹੈ। ਜਿਉਂ-ਜਿਉਂ ਮੈਨੂੰ ਪਤਾ ਲੱਗਦਾ ਜਾਂਦਾ ਤਿਉਂ ਮੈਂ ਉਸ ਤੱਕ ਪਹੁੰਚਦਾ, ਪੜ੍ਹਦਾ, ਸਿੱਖਦਾ। ਮੈਂ ਆਪਣੇ ਆਪ ਨੂੰ ਸ਼ੁਰੂ ਤੋਂ ਅੱਜ ਤੱਕ ਔਰ ਅਖੀਰ ਤੱਕ ਵਿਦਿਆਰਥੀ ਹੀ ਰੱਖਣਾ ਹੈ ਜੀ, ਕਹਾਣੀ ਦਾ, ਜੀ, ਸਾਹਿਤ ਦਾ, ਲਿਖਣ ਪੜ੍ਹਨ ਦਾ, ਕਿਉਂਕਿ ਇਹ ਇੱਕ ਅਮੁੱਖ ਸਮੁੰਦਰ ਹੈ। ਤੁਸੀਂ ਇਸ ਦੇ ਵਿੱਚੋਂ ਕੁਝ ਬੂੰਦਾਂ ਪੀ ਸਕਦੇ ਹੋ, ਸਾਰੇ ਦਾ ਸਾਰਾ ਸਮੁੰਦਰ ਪੀਣ ਦਾ ਦਾਅਵਾ ਅੱਜ ਤੱਕ ਕੋਈ ਬੰਦਾ ਕਰ ਨਹੀਂ ਸਕਿਆ, ਇਸ ਲਈ ਮੈਂ ਵੀ ਨਹੀਂ ਕਰ ਸਕਦਾ। ਤੇ ਇਸ ਸਮੁੰਦਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਤੁਸੀਂ ਕਿਸ ਤਰ੍ਹਾਂ ਦੀਆਂ ਬੂੰਦਾਂ ਆਪਣੇ ਰੰਗ ਵਿੱਚ ਰੰਗ ਕੇ ਰਲਾਉਣ ਜਾ ਰਹੇ ਹੋ? ਮਤਲਬ ਤੁਹਾਡੀਆਂ ਭਵਿੱਖਮੁਖੀ ਯੋਜਨਾਵਾਂ ਤੇ ਸਾਹਿਤ। ਹੁਣੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਮੇਰੀ ਚੌਥੀ ਕਹਾਣੀਆਂ ਦੀ ਕਿਤਾਬ ਉਰਫ ਰੋਸ਼ੀ ਜਲਾਦ ਛਪ ਕੇ ਆਈ ਹੈ। ਉਸ ਨੂੰ ਅਜੇ 2 ਮਹੀਨੇ ਹੋਏ ਨੇ। ਉਸ ਨੂੰ ਲੋਕ ਅਰਪਣ ਕਰਨ ਵਾਸਤੇ ਅਸੀਂ ਇਸ ਵਾਰ ਜਿਹੜਾ ਤੁਸੀਂ ਬੂੰਦਾਂ ਬਖੇਰੋਗੇ ਕਿਸ ਤਰ੍ਹਾਂ ਦੀਆਂ ਪੁੱਛਿਆ, ਅਸੀਂ ਇੱਕ ਰਵਾਇਤੀ ਕਿਸਮ ਦਾ ਸਮਾਗਮ ਨਹੀਂ ਕੀਤਾ ਕਿ ਜਿਹਦੇ ਵਿੱਚ ਪਰਚਾ ਪੜ੍ਹਿਆ ਜਾਂਦਾ, ਵਿਦਵਾਨ ਆਉਂਦੇ ਨੇ, ਲੇਖਕ ਬੋਲਦੇ ਨੇ ਜੀ। ਕਿਉਂਕਿ ਮੈਨੂੰ ਕਹਾਣੀ ਲਿਖਣੀ ਸਿਖਾਉਣ ਵਾਲੀ, ਮੈਨੂੰ ਤੋਤਲੀ ਜ਼ੁਬਾਨ ਤੋਂ ਸਿੱਧਾ ਬੋਲਣਾ ਸਿਖਾਉਣ ਵਾਲੀ ਮਾਂ 18 ਨਵੰਬਰ 2020 ਨੂੰ ਜਦੋਂ ਮੈਨੂੰ ਛੱਡ ਕੇ ਚਲੀ ਗਈ, ਤਾਂ ਇਹ ਕਿਤਾਬ ਮੈਂ ਸਾਡੇ ਪਿੰਡ ਦੀਆਂ ਤੇ ਰਿਸ਼ਤੇਦਾਰੀ ਦੀਆਂ 5-7 ਮਾਵਾਂ ਬੁੜੀਆਂ ਨੂੰ ਲੈ ਕੇ ਉਹਨਾਂ ਤੋਂ ਰਿਲੀਜ਼ ਕਰਵਾਈ ਸੀ। ਮੈਨੂੰ ਲੱਗਿਆ ਸੀ ਕਿ ਉਹਨਾਂ ਦੇ ਰਿਲੀਜ਼ ਕਰਨ ਨਾਲ ਇਸ ਤਰ੍ਹਾਂ ਹੋਊਗਾ ਕਿ ਜਿਵੇਂ ਮਾਂ ਨੇ ਇਹ ਹੱਥਾਂ 'ਚ ਫੜ ਲਈ ਹੋਵੇ ਜੀ। ਸੋ ਇਹ ਨਵੀਂ ਛਪ ਕੇ ਆਈ ਕਿਤਾਬ ਹੈ, ਇਸ ਨੂੰ ਇਸ ਤਰ੍ਹਾਂ ਅਸੀਂ ਸਵਾਗਤ ਕੀਤਾ। ਤੇ ਯੋਜਨਾਵਾਂ ਜਿਹੜੀਆਂ ਭਵਿੱਖ ਦੀਆਂ ਨੇ, ਕਹਿੰਦਾ ਸੋਚਾਂ ਦੇ ਕਾਫਲੇ ਸੰਗ ਤੁਰਿਆ ਹੀ ਰਹਿੰਦਾ ਹਾਂ, ਜ਼ਿਹਨ ਵਿੱਚ ਲੈ ਕੇ ਕੁਝ ਹਸਰਤਾਂ, ਸ਼ਿਕਵੇ, ਸ਼ਿਕਾਇਤਾਂ ਤੇ ਸਵਾਲ, ਕਿਸੇ ਤੱਥ ਦੀ ਭਾਲ ਵਿੱਚ, ਕਿਸੇ ਸ਼ਬਦ ਦੀ ਭਾਲ ਵਿੱਚ ਤੁਰਿਆ ਹੀ ਰਹਿੰਦਾ ਹਾਂ ਜੀ। ਕਥਾ ਸਫ਼ਰ ਦੇ ਉੱਤੇ ਤੁਰਿਆ ਹੋਇਆ, ਕਹਾਣੀਆਂ ਲਿਖ ਰਿਹਾ। ਅੱਜ ਕੱਲ੍ਹ ਵੀ ਕਹਾਣੀ ਮੇਰੇ ਹੱਥਾਂ 'ਚ ਹੈ ਤੇ ਹੁਣੇ ਨਵੀਂ ਕਹਾਣੀ ਅੱਖਰ ਮੈਗਜ਼ੀਨ 'ਚ ਛਪ ਕੇ ਆਈ ਹੈ, ਕੁਝ ਸ਼ੀਸ਼ੇ ਝੂਠ ਬੋਲਦੇ ਨੇ ਜੀ। ਹੁਣ ਜਿਹੜੀ ਆਪਾਂ ਇਸ ਟਾਈਮ ਗੱਲ ਕਰ ਰਹੇ ਹਾਂ, ਪੰਜਾਬੀ ਦੀ ਸ਼ਾਇਦ ਉਹ ਮੇਰੇ ਗਿਆਨ ਅਨੁਸਾਰ ਪਹਿਲੀ ਹੌਰਰ ਕਹਾਣੀ ਹੋਊਗੀ ਜਿਹਦਾ ਨਾਮ ਹੈ 180 ਮਿੰਟ ਦਾ ਆਤੰਕ ਕਾਲ। ਅੱਛਾ ਜੀ। ਔਰ ਇਸ ਤਰ੍ਹਾਂ ਦੇ ਪ੍ਰਯੋਗ ਕਰਨੇ ਵਿਸ਼ੇ ਪੱਖ ਤੋਂ, ਪਾਤਰਾਂ ਦੇ ਪੱਖ ਤੋਂ, ਲਿਖਣ ਜੁਗਤਾਂ ਦੇ ਪੱਖ ਤੋਂ ਮੇਰੀ ਰੁਚੀ ਹੈ। ਨਿੱਜੀ ਤੌਰ ਤੇ ਪੜ੍ਹਨ 'ਚ ਵੀ ਮੇਰੀ ਸਿਲੈਕਸ਼ਨ ਦਾ ਆਧਾਰ ਇਹ ਆ। ਸੋ ਲਗਾਤਾਰ ਚੱਲ ਰਿਹਾ ਹੈ ਕਹਾਣੀ ਲਿਖਣ ਦਾ ਕੰਮ। ਨਾਵਲ ਵੀ ਏਜੰਡੇ ਦੇ ਉੱਤੇ ਹੈ। ਨਾਵਲ ਮੈਂ ਗੱਲ ਸਾਂਝੀ ਕਰਾਂ ਤਾਂ ਮੇਰੀ ਮਾਂ ਤੇ ਮੇਰਾ ਬਾਪ 2 ਮੁੱਖ ਪਾਤਰ ਨੇ ਉਸ ਨਾਵਲ ਦੇ। ਇਹ ਜਿਹੜਾ ਨਾਵਲ ਇੱਥੋਂ ਰੇਗਿਸਤਾਨ ਦਿਸਦਾ ਹੈ, ਮੈਂ ਪਹਿਲਾਂ ਲਿਖਿਆ ਇਸ ਤੋਂ। ਇਹ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਪੰਜਾਬੀ ਸੱਭਿਆਚਾਰ, ਹਵਾ, ਪਾਣੀ, ਰੁੱਖ ਤੇ ਧਰਤੀ ਜੀ, ਜਿਹੜੀਆਂ ਸਾਨੂੰ ਕੁਦਰਤ ਵੱਲੋਂ ਨਿਆਮਤਾਂ ਦਿੱਤੀਆਂ ਹੁੰਦੀਆਂ ਨੇ ਬੋਲਣ ਵਾਸਤੇ, ਜਿਉਣ ਵਾਸਤੇ, ਜੀ, ਉਹਨਾਂ ਨੂੰ ਆਧਾਰ ਬਣਾ ਕੇ, ਉਹਨਾਂ ਨੂੰ ਦਰਪੇਸ਼ ਜਿਹੜੇ ਸੰਕਟ ਨੇ ਉਹਨਾਂ ਨੂੰ ਟੈਕਲ ਕਰਦਾ, ਉਹਨਾਂ ਨਾਲ ਸੰਵਾਦ ਰਚਾਉਂਦਾ ਨਾਵਲ ਇਹ ਲਿਖਿਆ ਸੀ। ਇੱਥੋਂ ਰੇਗਿਸਤਾਨ ਦਿਸਦਾ। ਦੂਸਰਾ ਨਾਵਲ ਏਜੰਡੇ ਤੇ ਅੱਜ ਕੱਲ੍ਹ ਇਸ ਕਹਾਣੀ ਤੋਂ ਬਾਅਦ ਜਿੱਦਾਂ ਮੈਂ ਜ਼ਿਕਰ ਕੀਤਾ ਸ਼ੁਰੂ ਕਰਾਂਗਾ ਮੈਂ ਸ਼ਾਇਦ ਮਾਰਚ ਅਪ੍ਰੈਲ ਦੇ ਵਿੱਚ, ਜਿਹੜਾ ਕਿ ਇੱਕ ਮਾਂ ਤੇ ਬਾਪ, ਇੱਕ ਪੁੱਤ, ਤਿੰਨਾਂ ਦਾ ਉਹ ਟ੍ਰਾਇੰਗਲ ਹੋਊਗਾ ਔਰ ਬੜੇ ਕਮਾਲ ਦਾ ਉਹ ਹੋਊਗਾ। ਸਾਡੇ ਨਜ਼ਰ ਹੀ ਪੈਂਦਾ ਕਿ
ਪੰਜਾਬੀ ਭਾਸ਼ਾ ਜਾਂ ਤਾਂ ਉਹ ਆ ਜਿਹੜੀ ਕਿ ਵਿਦਵਾਨਾਂ ਦੀ ਬੜੀ ਔਖੀ ਡੂੰਘੀ ਬੋਲੀ ਆ, ਤੇ ਦੂਸਰੀ ਪੰਜਾਬੀ ਭਾਸ਼ਾ ਉਹ ਆ ਜਿਹਨੂੰ ਸਾਡੇ ਸੋਸ਼ਲ ਮੀਡੀਆ 'ਤੇ ਜਾਂ ਫਿਰ ਕੁਝ ਗਾਇਕਾਂ ਵੱਲੋਂ ਕਿਸੇ ਨਾ ਕਿਸੇ ਮੰਚ 'ਤੇ ਇੱਕ ਸਾਡੀ ਗਾਲਾਂ ਵਾਲੀ ਜਾਂ ਅੱਖੜ ਭਾਸ਼ਾ ਦੇ ਰੂਪ ਵਿੱਚ ਬਹੁਤ ਜ਼ਿਆਦਾ ਇਹਦਾ ਪ੍ਰਚਾਰ ਕੀਤਾ ਜਾ ਰਿਹਾ। ਤਾਂ ਕੀ ਇਹਦੇ ਵਿੱਚ ਵਿਚਾਲੇ ਦਾ ਕੋਈ ਸੁਧਰਿਆ ਹੋਇਆ ਕੋਈ ਮਿਆਰੀ ਰੂਪ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ? ਹਾਂ ਰਵਨੀਤ, ਜਦੋਂ ਅਸੀਂ ਸਾਹਿਤ ਦੀ ਕੋਈ ਕਿਤਾਬ ਪੜ੍ਹਦੇ ਹਾਂ, ਵਿਸ਼ੇਸ਼ ਤੌਰ 'ਤੇ ਨਾਵਲ ਕਹਾਣੀ ਪੜ੍ਹਦੇ ਹਾਂ, ਹਾਂਜੀ, ਤਾਂ ਉਹਨਾਂ ਦੇ ਵਿੱਚ ਸਾਨੂੰ ਗਲਪ ਦੇ ਵਿੱਚ ਅਕਸਰ ਇਹੋ ਜਿਹੀ ਪੰਜਾਬੀ ਦੇਖਣ ਨੂੰ ਮਿਲਦੀ ਹੈ, ਕਹਾਣੀਆਂ 'ਚ ਵੀ, ਨਾਵਲਾਂ 'ਚ ਵੀ, ਵੱਖ-ਵੱਖ ਪਾਤਰਾਂ ਅਤੇ ਪਰਿਸਥਿਤੀਆਂ ਦੇ ਵਿੱਚ, ਜਿਹੜੀ ਕਿ ਇੱਕ ਅਕੈਡਮਿਕ ਭਾਸ਼ਾ ਵੀ ਹੁੰਦੀ ਹੈ ਬਹੁਤ ਵਾਰ ਜੀ, ਕਿ ਉਹਨੂੰ ਕੋਈ ਵਿਦਵਾਨ ਪਾਤਰ ਬੋਲਦਾ ਹੈ ਜੀ, ਉਹਦੇ ਵਿੱਚ ਕੋਈ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਕਿਸੇ ਹੋਰ ਕਿੱਤੇ ਜਾਂ ਖਿੱਤੇ ਦੇ ਵਿੱਚ ਬੰਦਾ ਕੰਮ ਕਰ ਰਿਹਾ, ਘਰਾਂ 'ਚ ਮਾਵਾਂ ਕੰਮ ਕਰ ਰਹੀਆਂ ਨੇ, ਔਰਤਾਂ ਗੱਲਾਂ ਕਰ ਰਹੀਆਂ ਨੇ ਗਲੀ 'ਚ, ਜਵਾਕਾਂ ਨੂੰ ਉਹ ਬੁਲਾ ਰਹੀਆਂ ਨੇ, ਡਾਂਟ ਰਹੀਆਂ ਨੇ, ਜਾਂ ਕੋਈ ਲੜ ਰਹੇ ਨੇ। ਸਾਨੂੰ ਉਸ ਕਿਸਮ ਦੀ ਜਿਹੜੀ ਲੋਕ ਭਾਸ਼ਾ ਹੈ, ਜਿਹਦੇ ਵਿੱਚ ਗਾਲਾਂ ਵੀ ਸ਼ਾਮਿਲ ਹੁੰਦੀਆਂ ਨੇ, ਜੀ, ਜਿਹਦੇ ਵਿੱਚ ਝਿੜਕਾਂ ਵੀ ਸ਼ਾਮਿਲ ਹੁੰਦੀਆਂ ਨੇ, ਪਰ ਉਹਨਾਂ ਦਾ ਮਹੱਤਵ ਹੈ ਜਿਹੜਾ ਹੈ ਨਾ, ਜੀ, ਇੱਕ ਸਾਹਿਤਿਕ ਭਾਸ਼ਾ ਵੀ ਹੁੰਦੀ ਹੈ ਜਿਹਨੂੰ ਲੇਖਕ ਵਰਤਦੇ ਹਾਂ ਆਪਾਂ ਸਾਰੇ। ਹੁਣ ਸਾਰਿਆਂ ਦੀ ਭਾਸ਼ਾ ਹੈ ਜਿਹੜੀ ਨਾ, ਉਹ ਅੱਡ ਅੱਡ ਵੀ ਹੈ ਜੀ। ਵਿਦਵਾਨ ਦੀ ਭਾਸ਼ਾ ਅਲੱਗ ਹੈ, ਲੇਖਕ ਦੀ ਭਾਸ਼ਾ ਅਲੱਗ ਹੈ, ਨਾਵਲ ਕਹਾਣੀ ਕਵਿਤਾ ਲਿਖਣ ਵਾਲੇ ਦੀ, ਤੇ ਇੱਕ ਜਿਹੜਾ ਆਮ ਬੰਦਾ ਜਿਹਨੂੰ ਅਸੀਂ ਕਹਿ ਲਈਏ ਹੈ ਨਾ, ਜਿਹੜਾ ਲਿਖਦਾ ਨਹੀਂ, ਜਿਹੜਾ ਯੂਨੀਵਰਸਿਟੀ ਕਾਲਜ 'ਚ ਵੀ ਨਹੀਂ ਪੜ੍ਹਾਉਂਦਾ, ਸਕੂਲ ਵੀ ਨਹੀਂ ਪੜ੍ਹਾਉਂਦਾ, ਇੱਕ ਉਹਦੀ ਭਾਸ਼ਾ ਜੀ। ਹੁਣ ਇਹ ਇੱਕ ਅਸਲੀ ਪੰਜਾਬੀ ਮਨੁੱਖ ਮੈਨੂੰ ਲੱਗਦਾ ਉਹ ਹੁੰਦਾ ਜਿਹਦੇ ਕੋਲ ਸਾਰੀਆਂ ਭਾਸ਼ਾਵਾਂ ਦਾ ਇੱਕ ਕੀ ਕਹੀਏ ਕਿ ਰਲਮਾ ਮਿਲਮਾ ਰੂਪ ਹੋਵੇ। ਜੀ, ਇੱਕ ਸਵਾਲ ਇਹ ਜੀ ਕਿ ਤੁਸੀਂ ਇੱਕ ਕਹਾਣੀਕਾਰ ਦੇ ਤੌਰ 'ਤੇ ਆਪਣੀ ਕਿਸ ਤਰ੍ਹਾਂ ਦੀ ਛਵੀ ਹੈ ਜਿਹੜੀ ਉਹ ਚਾਹੁੰਦੇ ਹੋ ਕਿ ਸਮਾਜ ਵਿੱਚ ਜੋ ਬਣੀ ਹੈ, ਜੋ ਤੁਹਾਡਾ ਅਕਸ ਬਣਿਆ, ਕੀ ਤੁਸੀਂ ਇਸੇ ਤਰ੍ਹਾਂ ਦਾ ਹੀ ਚਾਹਿਆ ਸੀ ਕਿ ਲੋਕ ਤੁਹਾਨੂੰ ਇਸ ਤਰ੍ਹਾਂ ਦਾ ਕਹਾਣੀਕਾਰ ਸਮਝਣ, ਜਾਂ ਤੁਸੀਂ ਕੋਈ ਹੋਰ ਰੂਪ ਚਿਤਵਿਆ ਸੀ? ਤੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੀ ਕੀ ਚਾਹਤ ਆ ਕਿ ਜ਼ਮਾਨਾ ਤੁਹਾਨੂੰ ਆਉਣ ਵਾਲੇ ਜ਼ਮਾਨੇ ਕਿਸ ਤਰ੍ਹਾਂ ਦੇ ਲੇਖਕ ਵਜੋਂ ਯਾਦ ਕਰਨ? ਜਦੋਂ ਮੈਂ ਛੋਟਾ ਜਿਹਾ ਸੀ ਤਾਂ ਬਹੁਤ ਸੰਗਦਾ ਸੀ, ਇੰਟਰੋਵਰਟ ਬੰਦਾ ਸੀ ਜੀ, ਅੰਤਰਮੁਖੀ ਸੁਭਾਅ ਦਾ ਬੱਚਾ ਸੀ ਜੀ। ਲੋਕ ਕਹਿੰਦੇ ਹੁੰਦੇ ਸੀ ਕਿ ਇਹ ਤਾਂ ਸਿੱਧਰਾ ਹੈ ਜੀ, ਇਹ ਤਾਂ ਕਮਲਾ ਹੈ ਜੀ, ਇਹਨੂੰ ਨਾ ਬੋਲਣਾ ਆਉਂਦਾ, ਨਾ ਤੁਰਨਾ ਆਉਂਦਾ, ਨਾ ਖੜਨਾ ਆਉਂਦਾ, ਨਾ ਕੋਈ ਕੰਮ ਕਰਨਾ ਆਉਂਦਾ ਠੀਕ ਤਰੀਕੇ ਨਾਲ। ਉਹਨਾਂ ਦੀਆਂ ਗੱਲਾਂ ਸੁਣ ਸੁਣ ਮੈਨੂੰ ਵੀ ਲੱਗਣ ਲੱਗ ਪਿਆ ਸੀ ਵੀ ਸ਼ਾਇਦ ਮੈਂ ਆਹੀ ਜਿਹੜਾ ਇਹ ਕਹਿੰਦੇ ਨੇ। ਇਸ ਲਈ ਮੈਂ ਇੱਕ ਮੁਕੰਮਲ ਚੁੱਪ ਧਾਰ ਲਈ, ਇੱਕ ਆਈਸੋਲੇਸ਼ਨ, ਇਕਾਂਤਵਾਸ ਹੋ ਗਿਆ, ਜਿਹੜਾ ਮੇਰਾ ਆਪੇ ਹੀ ਸਹੇੜਿਆ ਤੇ ਬੁਲਾਇਆ ਹੋਇਆ ਸੀ। ਹੌਲੀ ਹੌਲੀ ਫਿਰ ਆਪਣੇ ਆਪ ਨੂੰ ਜਦੋਂ ਮੈਂ ਤਬਦੀਲ ਕੀਤਾ, ਆਪਣੀ ਸ਼ਖਸੀਅਤ ਦੀ ਉਸਾਰੀ ਕੀਤੀ, MA BEd ਕਰਨ ਤੋਂ ਬਾਅਦ ਖਾਸ ਤੌਰ 'ਤੇ ਸਾਹਿਤ ਦੇ ਲੜ ਲੱਗ ਕੇ ਮੈਂ ਆਪਣੀ ਜਿਹੜੀ ਅਣਵਰਤੀ ਯੋਗਤਾ ਸੀ ਹੈ ਨਾ, ਉਸ ਨੂੰ ਬਾਹਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਲਿਖਣ ਪੜ੍ਹਨ ਦੇ ਜ਼ਰੀਏ, ਕਹਾਣੀਆਂ ਨਾਲ, ਨਾਵਲਾਂ ਨਾਲ। ਤਾਂ ਉੱਥੇ ਆ ਕੇ ਫਿਰ ਮੇਰੀ ਮਾਂ ਵੀ ਜਿਹੜੀ ਲੋਕਾਂ ਦੇ ਪਿੱਛੇ ਲੱਗ ਕੇ ਮੈਨੂੰ ਕਈ ਵਾਰੀ ਕਹਿ ਦਿੰਦੀ ਸੀ ਵੀ ਇਹਦਾ ਸਿੱਧਰਾ ਹੈ, ਇਹਦਾ ਕਮਲ ਹੈ, ਉਹ ਵੀ ਕਹਿਣ ਲੱਗ ਪਈ ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀ ਨਾ, ਇੱਕ ਵਿਦਵਾਨ ਦੀ ਭਾਸ਼ਾ ਦਾ ਤੇ ਇੱਕ ਆਮ ਭਾਸ਼ਾ ਦਾ ਬੜਾ ਖੂਬਸੂਰਤ ਸ਼ਬਦ ਮੈਨੂੰ ਚੇਤੇ ਆਇਆ। ਤੁਸੀਂ ਸ਼ਬਦ ਹੁਣੇ ਮੈਨੂੰ ਵਰਤਿਆ, ਪੁੱਛਿਆ ਕਹਾਣੀਕਾਰ। ਜੀ, ਸਾਰੇ ਵਰਤਦੇ ਨੇ ਜਿਹੜੇ ਬੰਦੇ ਪੜ੍ਹੇ ਲਿਖੇ ਨੇ। ਜੀ, ਮੇਰੀ ਮਾਂ ਕਹਿੰਦੀ ਹੁੰਦੀ ਸੀ ਕਹਾਣੀਦਾਰ। ਅੱਛਾ, ਕਹਿੰਦੀ ਹੁੰਦੀ ਸੀ ਸਾਡਾ ਰਾਣਾ ਕਹਾਣੀਦਾਰ ਹੈ ਭਾਈ, ਜਿਵੇਂ ਥਾਣੇਦਾਰ, ਲੰਬੜਦਾਰ ਹੈ ਨਾ, ਇਸ ਤਰ੍ਹਾਂ ਉਹ ਕਹਿੰਦੀ ਹੁੰਦੀ ਸੀ ਇਹ ਕਹਾਣੀਦਾਰ ਹੈ। ਹੁਣ ਮੈਨੂੰ ਉਹਦਾ ਕਹਾਣੀਦਾਰ ਕਹਿਣਾ ਕਹਾਣੀਕਾਰ ਕਹਿਣ ਨਾਲੋਂ ਜ਼ਿਆਦਾ ਚੰਗਾ ਲੱਗਦਾ ਸੀ। ਕਿਤੇ ਨਾ ਕਿਤੇ ਤੁਹਾਡਾ ਜਿਹੜਾ ਗੜਕ ਤੇ ਮੜਕ ਵਾਲਾ ਸੁਰਤਾਲ ਆ, ਮੈਨੂੰ ਲੱਗਦਾ ਉਹ ਵੀ ਤੁਹਾਡੀਆਂ ਕਹਾਣੀਆਂ 'ਚ ਬੋਲਦਾ, ਸ਼ਾਇਦ ਤਾਂ ਹੀ ਉਹਨਾਂ ਨੂੰ ਲੱਗਿਆ ਵੀ ਕਹਾਣੀ ਨਾਲ ਹੀ ਥਾਣੇਦਾਰ ਵਾਲੀ ਗੱਲ ਕਰ ਲੈਂਦੇ ਆ। ਹਾਂ, ਇਹ ਵੀ ਹੋ ਸਕਦਾ, ਅਚੇਤ ਤੌਰ ਦੇ ਉੱਤੇ ਆ ਰਹੀ ਹੋਵੇ ਗੱਲ ਜੀ, ਪਰ ਉਹਦਾ ਕਹਾਣੀਦਾਰ ਕਹਿਣਾ ਮੈਨੂੰ ਕਹਾਣੀਕਾਰ ਕਹਿਣ ਨਾਲੋਂ ਬਹੁਤ ਚੰਗਾ ਲੱਗਦਾ। ਪਰ ਗੱਲਾਂ ਦੋਨੀ ਚੱਲਦੀਆਂ ਨੇ ਜੀ। ਹੁਣ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਮੈਂ ਕੋਈ ਕਹਾਣੀ ਨੂੰ ਪਹਿਚਾਣ ਨਹੀਂ ਦਿੱਤੀ, ਕਹਾਣੀ ਨੇ ਮੈਨੂੰ ਪਹਿਚਾਣ ਦਿੱਤੀ ਹੈ, ਮੇਰੀ ਸ਼ਨਾਖਤ ਕੀਤੀ ਹੈ, ਮੈਨੂੰ ਕੋਈ 3-13 ਦੇ ਵਿੱਚ ਗਿਣਨਯੋਗ
ਬਣਾਇਆ, ਕੋਈ ਬੈਠਣ ਯੋਗ, ਗੱਲ ਕਰਨ ਯੋਗ ਬਣਾਇਆ, ਨਹੀਂ ਤਾਂ ਮੈਂ ਆਪਣੀ ਚੁੱਪ ਤੇ ਇਕੱਲਤਾ ਦਾ ਝੁੰਗਲ ਮਾਟਾ ਵਾਰ ਕੇ ਬੈਠੇ ਰਹਿਣਾ ਸੀ। ਰਵਨੀਤ ਉਹਨਾਂ ਨੇ ਇੱਥੋਂ ਦੀ ਲੰਘ ਜਾਣਾ ਸੀ, ਕਿਸੇ ਨੂੰ ਪਤਾ ਨਹੀਂ ਹੋਣਾ ਸੀ। ਅਗਰ ਪਤਾ ਲੱਗਿਆ ਤਾਂ ਕਹਾਣੀ ਦੀ ਬਦੌਲਤ ਹੀ ਪਤਾ ਲੱਗਿਆ ਜੀ ਕਿ ਇਹ ਬੰਦਾ ਕਹਾਣੀਆਂ ਲਿਖਦਾ ਹੈ। ਹੁਣ ਮੇਰੀ ਜਿਹੜੀ ਇੱਛਾ ਹੈ ਉਹ ਇਹੀ ਹੈ ਕਿ ਮੈਂ ਜਸਵੀਰ ਤੋਂ ਜਸਵੀਰ ਰਾਣਾ ਬਣਿਆ, ਮੈਂ ਇਕੱਲੇ ਰਾਣੇ ਤੋਂ ਜਸਵੀਰ ਰਾਣਾ ਬਣਿਆ, ਮੈਂ ਬਸ ਜਸਵੀਰ ਰਾਣਾ ਹੀ ਰਹਿਣਾ ਚਾਹੁੰਦਾ ਹਾਂ, ਜਿਹਨੂੰ ਤੁਸੀਂ ਹੁਣੇ ਸੰਬੋਧਨ ਕਰ ਰਹੇ ਸੀ ਵਾਰ-ਵਾਰ, ਕਹਾਣੀਕਾਰ ਜਸਵੀਰ ਰਾਣਾ। ਜੀ ਪਰ ਮੈਂ ਹਮੇਸ਼ਾ ਉਸ ਆਵਾਜ਼ ਨੂੰ ਉਡੀਕਦਾ ਰਹਿੰਦਾ, ਹੁਣ ਮੇਰੀ ਮਾਂ ਦੀ ਆਵਾਜ਼ ਨੂੰ, ਕਿ ਕਦੋਂ ਉਹ ਆਖੇ ਕਿ ਸਾਡਾ ਰਾਣਾ ਕਹਾਣੀਕਾਰ ਹੈ ਭਾਈ, ਇਹ ਤਾਂ ਮੁੱਲ ਦਾ ਹੀ ਬੋਲਦਾ। ਰਾਹ 'ਚ ਆਉਂਦਿਆਂ ਅਸੀਂ ਸੋਚਦੇ ਸੀ ਕਿ ਅਸੀਂ ਸਰ ਨੂੰ ਨਾਲ ਲੈ ਕੇ ਜਾਣਾ ਤੇ ਕਿਹੜਾ ਗੀਤ ਉਸ ਮੌਕੇ ਤੇ ਚੱਲਣਾ ਚਾਹੀਦਾ, ਤੇ ਉਹ ਗੀਤ ਸੀ ਮੈਂ ਚਾਦਰ ਕੱਢਦੀ ਨਹੀਂ। ਹਾਂਜੀ ਹਾਂ, ਜਿਹੜਾ ਤੁਸੀਂ ਇਹ ਜ਼ਿਕਰ ਕੀਤਾ ਚਾਦਰ ਗੀਤ ਦਾ, ਜੀ ਇਹ ਮੇਰੇ ਮਨਪਸੰਦ ਗਾਇਕ ਕੁਲਦੀਪ ਮਾਣਕ ਦਾ ਗੀਤ ਹੈ ਜੀ। ਸਾਰਿਆਂ ਤੋਂ ਵੱਧ ਮੈਨੂੰ ਮਾਣਕ ਪਸੰਦ ਹੈ, ਉਹਦੀ ਸਾਰੀ ਕਲੈਕਸ਼ਨ ਗੀਤਾਂ ਦੀ ਮੇਰੇ ਕੋਲ ਆ ਜੀ, ਸਕੂਲ ਟਾਈਮ ਤੋਂ ਲੈ ਕੇ ਹੁਣ ਤੱਕ। ਅੱਛਾ ਜੀ। ਮੈਂ ਉਸ ਨੂੰ ਹੀ ਜ਼ਿਆਦਾ ਤੋਂ ਜ਼ਿਆਦਾ ਸੁਣਦਾ। ਜਿਹੜਾ ਤੁਸੀਂ ਗੀਤ ਪੁੱਛਿਆ ਮਨਪਸੰਦ, ਉਹ ਇੱਕੋ ਹੀ ਗੀਤ ਮੇਰੇ ਦਿਲ ਦਿਮਾਗ 'ਚ ਅੱਜ ਕੱਲ੍ਹ ਵੱਜਦਾ, ਸ਼ੁਰੂ ਤੋਂ ਹੀ ਵੱਜਦਾ। ਉਹ ਜਦੋਂ ਮਾਂ ਮੇਰੀ ਜਿਉਂਦੀ ਸੀ ਤਾਂ ਵੀ ਵੱਜਦਾ ਹੁੰਦਾ ਸੀ ਜੀ ਜੀ, ਕਿਉਂਕਿ ਮਾਣਕ ਹੀ ਉਹਦੇ ਵਿੱਚ ਇੱਕ ਗੀਤ ਦੇ ਵਿੱਚ ਕਹਿੰਦਾ ਇਹ ਗੀਤ ਜਿਹੜਾ ਮੈਂ ਗਾਉਣ ਲੱਗਿਆ ਨਾ, ਸਾਰੇ ਧਿਆਨ ਨਾਲ ਸੁਣੋ, ਜਿਨ੍ਹਾਂ ਦੀ ਮਾਂ ਹੈਗੀ ਆ ਉਹ ਵੀ ਧਿਆਨ ਨਾਲ ਸੁਣੋ, ਜਿਨ੍ਹਾਂ ਦੀ ਮਾਂ ਨਹੀਂ ਹੈਗੀ ਉਹ ਵੀ ਧਿਆਨ ਨਾਲ ਸੁਣੋ। ਸੋ ਇਹ ਗੀਤ ਹੈ ਜਿਹੜਾ ਮਾਂ ਹੁੰਦੀ ਹੈ, ਮਾਂ ਦੁਨੀਆ ਵਾਲਿਓ ਜੀ, ਕੁਲਦੀਪ ਮਾਣਕ ਦਾ। ਇਹ ਮੇਰਾ ਬਹੁਤ ਹੀ ਦਿਲ ਦੇ ਨਜ਼ਦੀਕ ਗੀਤ ਹੈ। ਮੈਂ ਇਸ ਨੂੰ ਬਾਰ-ਬਾਰ ਸੁਣਦਾ। ਪੈਨ ਡਰਾਈਵ ਦੇ ਵਿੱਚ ਸਾਰਾ ਗੀਤ ਭਰਾ ਕੇ ਰੱਖਿਆ ਹੋਇਆ, ਇੱਕੋ ਹੀ ਗੀਤ ਹੈ, 40-50 ਵਾਰ ਚੱਲਦਾ ਉਹ ਵਾਰ-ਵਾਰ। ਜੀ ਜੀ। ਦੂਸਰਾ ਜਿਹੜਾ ਤੁਸੀਂ ਕਿਹਾ ਸੀ ਕਿ ਇਹ ਗੀਤ ਲਾ ਦਿੰਦੇ ਜਦੋਂ ਨਹਿਰ ਦੀ ਪਟੜੀ ਤੋਂ ਸਫ਼ਰ ਕਰਾਂਗੇ ਇੱਥੇ ਤੱਕ ਦਾ, ਹਾਂਜੀ, ਚਾਦਰ ਗੀਤ ਮਾਣਕ ਦਾ, ਤਾਂ ਚਾਦਰ ਗੀਤ ਇਹ ਇੱਕ ਐਸਾ ਗੀਤ ਹੈ ਜਦੋਂ ਇਸ ਦੇ ਮੂਹਰੇ ਉਹ ਬੋਲਦਾ ਨਾ ਕਿ ਬੂਰ ਪਿਆ ਕਣਕਾਂ ਨੂੰ ਮੈਂ ਵਿੱਚ ਬਾਗੀ ਅੰਬੀਆਂ ਪੱਖੀਆਂ, ਅੱਗ ਦੇ ਭਾਂਬੜ ਵਰਗੀਆਂ ਧੀਆਂ ਨੇ ਤੂੰ ਸਾਂਭ ਬੁੱਕਲ ਵਿੱਚ ਰੱਖੀਆਂ ਜੀ। ਜਦੋਂ ਇਹ ਸਤਰ ਕਹਿੰਦਾ ਤਾਂ ਮੇਰੇ ਐਂ ਹੰਝੂ ਵਗਣ ਲੱਗ ਪੈਂਦੇ ਜੀ। ਮੈਂ ਇਸ ਨੂੰ ਗੀਤ ਨੂੰ ਤੁਸੀਂ ਮੈਨੂੰ 50 ਵਾਰ ਸੁਣਾ ਲਓ ਮਾਣਕ ਦਾ ਲਾ ਕੇ, ਤਾਂ ਮੈਂ 50 ਵਾਰ ਅੱਖਾਂ ਪੂੰਝੂੰਗਾ। ਇਹ ਬੋਲਾਂ ਦੇ ਵਿੱਚ, ਇਸ ਗੀਤ ਦੇ ਵਿੱਚ ਪਤਾ ਨਹੀਂ ਐਸਾ ਕੀ ਹੈ ਕਿ ਵਾਰ-ਵਾਰ ਰੋਣਾ ਆਉਂਦਾ। ਬਿਲਕੁਲ ਜੀ। ਵੈਸੇ ਵੀ ਸਾਡੀ ਰਹਿ ਕੇ ਸੁਣ ਹੀ ਨਹੀਂ ਸਕਦਾ ਮੈਂ ਜੀ, ਹੰਝੂਆਂ ਨਾਲ ਸਾਡੀ ਯਾਰੀ ਹੀ ਇੰਨੀ ਪਕੇਰੀ ਆ ਕਿ ਸ਼ਿਵ ਨੇ ਵੀ ਕਿਹਾ ਸੀ ਕਿ 100 ਯਾਰਾਂ ਦੀ ਯਾਰੀ ਨਾਲੋਂ ਇੱਕ ਹੰਝੂ ਦੀ ਯਾਰੀ ਚੰਗੀ, ਪਿਆਰ ਦੀ ਬਾਜ਼ੀ ਜਿੱਤਣ ਨਾਲੋਂ ਪਿਆਰ ਦੀ ਬਾਜ਼ੀ ਹਾਰੀ ਚੰਗੀ। ਤੇ ਜਦੋਂ ਆਪਾਂ ਇਸ ਪਿਆਰ ਮੁਹੱਬਤ ਦੇ ਕਿੱਸਿਆਂ ਦਾ ਜ਼ਿਕਰ ਕਰਦੇ ਹਾਂ ਤਾਂ ਉਦੋਂ ਵੀ ਤੁਹਾਡੀਆਂ ਕੁਝ ਕਹਾਣੀਆਂ ਸਾਡੇ ਸਾਹਮਣੇ ਆ ਖੜਦੀਆਂ ਨੇ, ਜਿਹੜੀਆਂ ਪਿਆਰ ਨੂੰ ਕਰੂਰ ਯਥਾਰਥ ਦਾ ਰੰਗ ਵੀ ਦਿੰਦੀਆਂ ਨੇ, ਜਿਨ੍ਹਾਂ 'ਚ ਨਸਲ ਘਾਤ ਕਹਾਣੀ ਵੀ ਹੈ ਤੇ ਹੋਰ ਵੀ ਕੁਝ ਕਹਾਣੀਆਂ ਨੇ। ਇਹਨਾਂ ਦੇ ਸੰਬੰਧ ਵਿੱਚ ਵੀ ਇੱਕ ਟਿੱਪਣੀ ਤੁਹਾਤੋਂ ਜ਼ਰੂਰ ਲੈਣੀ ਚਾਹਾਂਗੇ। ਹਾਂ, ਨਸਲ ਘਾਤ ਕਹਾਣੀ ਹੈ ਜਿਹੜੀ ਨਾ, ਹੋਰ ਵੀ ਨੇ, ਜਿਵੇਂ ਤੁਸੀਂ ਕਹੋ ਕਿ ਪੱਟ ਤੇ ਵਾਹੀ ਮੋਰਨੀ ਜੀ, ਉਹ ਵੀ ਨਿਰੋਲ ਪਿਆਰ ਦੇ ਵਿਸ਼ੇ ਨੂੰ ਲੈ ਕੇ ਇੱਕ ਬੜੇ ਹੀ ਵੱਖਰੇ ਐਂਗਲ ਤੋਂ ਕਹਾਣੀ ਆ। ਔਰ ਨਸਲਘਾਤ ਕਹਾਣੀ ਦੇ ਵਿੱਚ ਵੀ ਬੱਲੀ ਤੇ ਬਲਕਾਰੀ ਜਿਹੜੇ ਇਸ ਦੇ ਮੁੱਖ ਪਾਤਰ ਨੇ ਜੀ, ਉਹਨਾਂ ਦਾ ਇੱਕ ਪਿਆਰ ਦਾ ਰਿਸ਼ਤਾ, ਇੱਕ ਪਿਆਰ ਦਾ ਸੰਬੰਧ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੱਲਦਾ। ਆਰਥਿਕ ਸੰਕਟ ਕਾਰਨ ਕਹਾਣੀ 'ਚ ਕੁਝ ਐਸਾ ਵਾਪਰਦਾ ਜੀ ਜਿਹਦੇ ਕਾਰਨ ਬਲਕਾਰੀ ਹੈ ਜਿਹੜਾ ਮੁੱਖ ਪਾਤਰ, ਉਹ ਆਪਣੀ ਕਹੋ ਕਿ ਮਰਦਾਨਾ ਸ਼ਕਤੀ ਹੈ ਜਿਹੜੀ ਉਹ ਗਵਾ ਬੈਠਦਾ, ਉਹਦਾ ਜੈਂਡਰ ਚੇਂਜ ਹੋ ਜਾਂਦਾ ਜੀ, ਉਹ ਕਿੰਨਰਾਂ ਦੇ ਵਿੱਚ ਰਲ ਜਾਂਦਾ, ਰਲਾ ਲੈਂਦਾ ਆਪਣੇ ਆਪ ਨੂੰ ਆਰਥਿਕਤਾ ਸੰਕਟ ਕਾਰਨ। ਹੁਣ ਜਦੋਂ ਉਹ ਔਰਤ ਦੇ ਹਾਣ ਦਾ ਨਹੀਂ ਰਿਹਾ, ਬੱਲੀ ਦੇ ਹਾਣ ਦਾ ਨਹੀਂ ਰਿਹਾ ਜੀ, ਤਾਂ ਵੀ ਉਹ ਉੱਥੋਂ ਚੱਲ ਕੇ ਬੱਲੀ ਨੂੰ ਮਿਲਣ ਵਾਸਤੇ ਪਿੰਡ ਆਉਂਦਾ। ਇੱਕ ਖਿੱਚ ਹੈ, ਇੱਕ ਚੀਜ਼ ਆ ਜਿਹੜੀ ਉਹਨੂੰ ਖਿੱਚੀ ਜਾ ਰਹੀ ਹੈ ਬੱਲੀ ਵੱਲ ਨੂੰ। ਉਸ ਨੂੰ ਰੋਕਦੇ ਵੀ ਨੇ ਕਹਾਣੀ 'ਚ ਆਉਂਦਾ ਕਿ ਤੂੰ ਹੁਣ ਕੀ ਕਰੇਗਾ ਜਾ ਕੇ, ਰਹਿਣ ਦੇ ਨਾ ਜਾ। ਤਾਂ ਉਹ ਫਿਰ ਵੀ ਕਹਿੰਦਾ ਕਿ ਨਹੀਂ, ਮੈਂ ਬੱਲੀ ਕੋਲ ਜਾਣਾ, ਉਹਨੂੰ ਮਿਲਣਾ। ਹੁਣ ਇਹ ਜਿਹੜੀ ਖਿੱਚ ਹੈ ਨਾ, ਉਹ ਜਿਹੜਾ ਤੱਤ ਹੈ, ਉਹ ਜਿਹੜਾ ਐਲੀਮੈਂਟ ਹੈ, ਚੀਜ਼ ਹੈ ਜਿਹੜੀ ਉਸ ਨੂੰ ਇੱਕ ਸਬੂਤਾ ਮਰਦ ਜਦੋਂ ਨਹੀਂ ਰਿਹਾ ਤਾਂ ਵੀ ਉਹ ਬੱਲੀ ਵੱਲ ਨੂੰ, ਉਸ ਰਿਸ਼ਤੇ ਵੱਲ ਨੂੰ
ਜਿਹੜਾ ਪਿਆਰ ਦਾ ਖਿੱਚਿਆ ਆ ਰਿਹਾ ਹੈ। ਜੀ ਇਹ ਜਿਹੜੀ ਚੀਜ਼ ਹੈ ਨਾ, ਮੇਰੀਆਂ ਕਹਾਣੀਆਂ ਦੇ ਵਿੱਚ ਜਦੋਂ ਇੱਕ ਪਿਆਰ ਦਾ ਤੱਤ ਐਲੀਮੈਂਟ ਆਉਂਦਾ ਤਾਂ ਇਹ ਆਉਂਦਾ ਜੀ, ਜਿਹੜਾ ਕਿ ਜੈਂਡਰ ਤੋਂ ਔਰਤ ਮਰਦ ਹੋਣ ਤੋਂ ਵੀ ਪਾਰ ਚਲਿਆ ਜਾਂਦਾ ਹੈ। ਜਿਸਮਾਂ ਤੋਂ ਪਾਰ ਦੀ ਗੱਲ ਹੋ ਹਾਂ, ਜਾਂਦੀ ਹੈ। ਜਿਸਮਾਂ ਤੋਂ ਪਾਰ ਦੀ ਗੱਲ ਕਹਿ ਲਓ, ਰੂਹਾਂ ਦੀ ਗੱਲ ਕਹਿ ਲਓ। ਜੀ ਇਹ ਕਹਾਣੀ ਦੇ ਵਿੱਚ ਬੜਾ ਹੀ ਸ਼ਕਤੀਸ਼ਾਲੀ ਢੰਗ ਨਾਲ ਇਹ ਨੁਕਤਾ ਆਉਂਦਾ ਜਦੋਂ ਅਸੀਂ ਇਸ ਕਹਾਣੀ ਨੂੰ ਪੜ੍ਹਦੇ ਹਾਂ। ਜੀ ਜੀ ਹੁਣੇ ਉੱਥੇ ਸੰਗੀਤਾ ਗੁਪਤਾ ਨੇ ਚੰਡੀਗੜ੍ਹ ਤੇ ਨਾਟਕ ਖੇਡਿਆ ਸੀ ਨਸਲ ਘਾਤ ਦੇ ਉੱਤੇ ਕਲਾ ਭਵਨ 'ਚ। ਜੀ ਤਾਂ ਜਦੋਂ ਮੈਂ ਉਸ ਨਾਟਕ ਨੂੰ ਵੇਖ ਰਿਹਾ ਸੀ ਤਾਂ ਵੀ ਮੈਂ ਵਾਰ-ਵਾਰ ਅੱਖਾਂ ਪੂੰਝ ਰਿਹਾ ਸੀ। ਮੈਨੂੰ ਲੱਗਿਆ ਸੀ ਵੀ ਇਹ ਕਹਾਣੀ ਮੈਂ ਨਹੀਂ, ਇਹ ਤਾਂ ਸੰਗੀਤਾ ਗੁਪਤਾ ਨੇ ਲਿਖੀ ਹੈ। ਜੀ ਜੀ ਉਹਨੇ ਇੰਨੇ ਅੱਛੇ ਤਰੀਕੇ ਨਾਲ ਉਹਨੂੰ ਸਟੇਜ ਕੀਤਾ, ਡਿਜ਼ਾਈਨ ਕੀਤਾ। ਇਹ ਕਹਾਣੀ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ, ਬਹੁਤ ਹੀ ਸੋਹਣੀ ਕਹਾਣੀ ਹੈ। ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2010 ਤੋਂ ਹੁਣ 2021 ਤੱਕ ਇਹ ਲਗਾਤਾਰ ਸਿਲੇਬਸ 'ਚ ਲੱਗੀ ਹੋਈ ਹੈ BA ਸੈਕੰਡ ਈਅਰ 'ਚ। ਔਰ ਪਹਿਲੀ ਕਿਤਾਬ ਸਿਖਰ ਦੁਪਹਿਰਾ ਦੇ ਵਿੱਚ ਸ਼ਾਮਿਲ ਹੈ। ਇੱਕ ਭੇਤ ਦੀ ਗੱਲ ਦੱਸਾਂ, ਜੀ ਇਹ ਉਹ ਕਹਾਣੀ ਹੈ ਨਸਲ ਘਾਤ ਜਿਸ ਨੇ ਇੱਕ ਕਹਾਣੀਕਾਰ ਦੇ ਤੌਰ 'ਤੇ ਮੇਰੀ ਇੰਨੀ ਪ੍ਰਸਿੱਧੀ ਅਤੇ ਮਸ਼ਹੂਰੀ ਕਰ ਦਿੱਤੀ ਸੀ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ, ਜੀ ਜਿੰਨੀ ਕਿਸੇ ਦੀ ਹੋ ਨਹੀਂ ਸਕਦੀ। ਜੀ ਜੀ ਇੱਥੇ ਹੀ ਇੱਕ ਖਾਸ ਵਰਗ ਅਤੇ ਇੱਕ ਖਾਸ ਗਰੁੱਪ ਦੇ ਲੋਕਾਂ ਵੱਲੋਂ ਅਮਰਗੜ੍ਹ ਦੇ ਵਿੱਚ ਜਸਵੀਰ ਰਾਣਾ ਮੁਰਦਾਬਾਦ ਦੇ ਨਾਅਰੇ ਲਾਏ ਗਏ। ਪੂਰਾ ਉਹ ਮੁਜ਼ਾਹਰਾ ਕੀਤਾ ਗਿਆ, ਪੁਲਿਸ ਥਾਣਾ ਘੇਰਿਆ ਗਿਆ, ਕਾਲਜ ਦਾ ਘੇਰਿਆ ਗਿਆ ਜਿੱਥੇ ਰਿਲੀਜ਼ ਕਰਨੀ ਸੀ ਕਿਤਾਬ, ਸਿਰਫ ਇਸ ਨਸਲ ਘਾਤ ਕਹਾਣੀ ਕਰਕੇ ਜੀ ਵੀ ਇਹ ਕਹਾਣੀ ਗਲਤ ਹੈ। ਜੀ 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 ਤੁਹਾਡੀ ਜ਼ਿੰਦਗੀ ਦੀ ਕੋਈ ਖਾਸ ਯਾਦ ਜਿਹੜੀ ਤੁਸੀਂ ਅੱਜ ਇਸ ਮੌਕੇ ਤੇ ਸਾਂਝੀ ਕਰਨੀ ਚਾਹੁੰਦੇ ਹੋ? ਯਾਦਾਂ ਬਹੁਤ ਸਾਰੀਆਂ ਨੇ ਰਵਨੀਤ, ਸਮਝ ਨਹੀਂ ਆਉਂਦਾ ਵੀ ਕਿਹੜੀ ਯਾਦ ਸਾਂਝੀ ਕਰਾਂ। ਜੀ ਚਲੋ ਇੱਕ ਗੱਲ ਸਾਂਝੀ ਕਰ ਲੈਂਦੇ ਹਾਂ। ਜਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ 5ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਮਰਗੜ੍ਹ, ਜੀ ਮੇਰੇ ਫਾਦਰ ਸਾਹਿਬ ਮਿਲਟਰੀ ਦੇ ਵਿੱਚ ਸੀ। ਉਹ ਛੁੱਟੀ ਕੱਟ ਕੇ ਜਦੋਂ ਵਾਪਸ ਮਿਲਟਰੀ ਦੇ ਵਿੱਚ ਉਹਨਾਂ ਨੇ ਜਾਣਾ ਸੀ ਜੀ ਤਾਂ ਮੈਨੂੰ ਕਹਿੰਦੇ ਚੱਲ ਤੈਨੂੰ ਕੋਟੀ ਦਵਾਵਾਂ। ਜੀ ਬੱਸ ਦੇ ਵਿੱਚ ਬਿਠਾ ਕੇ 5ਵੀਂ ਵਾਲਾ ਬੱਚਾ ਸੀ ਮੈਂ, ਦੇਖੋ, ਲੁਧਿਆਣੇ ਲੈ ਗਏ। ਜੀ ਲੁਧਿਆਣੇ ਕੋਟੀ ਉਹਨਾਂ ਨੇ ਮੈਨੂੰ ਚੌੜੇ ਬਾਜ਼ਾਰ 'ਚੋਂ ਲੈ ਕੇ ਦੇ ਦਿੱਤੀ ਜੀ ਤੇ ਲਿਫਾਫਾ ਹੱਥ 'ਚ ਫੜਾ ਕੇ ਡਰਾਈਵਰ ਨੂੰ ਕਹਿਤਾ, ਕਿਉਂਕਿ ਉਰੋਂ ਅਮਰਗੜ੍ਹੋਂ ਸਿੱਧੀ ਬੱਸ ਲੁਧਿਆਣੇ ਜਾਂਦੀ ਹੈ, ਲੁਧਿਆਣੇ ਸਿੱਧੀ ਉਰੇ ਆਉਂਦੀ ਹੈ, ਜੀ ਇਹਨੂੰ ਉੱਥੇ ਤਾਰਤਾ। ਜਦੋਂ ਮੈਂ ਉਹ ਕੋਟੀ ਪਾ ਕੇ ਅਗਲੇ ਦਿਨ ਸਕੂਲ ਗਿਆ, ਜੀ ਉਦੋਂ ਜ਼ਮਾਨਾ ਹੁੰਦਾ ਸੀ ਕਿ ਬੱਚੇ ਅੱਧੀ ਛੁੱਟੀ ਫੱਟੀਆਂ ਪੋਛਦੇ ਸੀ, ਜੀ ਜੀ ਲਿਖਿਆ ਹੋਇਆ ਆਪਣਾ। ਨਲਕੇ ਕੋਲ ਬੈਠੇ ਮੇਰੇ ਸਾਥੀ ਫੱਟੀਆਂ ਪੋਛ ਰਹੇ ਨੇ, ਮੈਂ ਵੀ ਬੈਠਾ ਪੋਛ ਰਿਹਾ। ਜੀ ਤਾਂ ਅਚਾਨਕ ਹੀ ਇੱਕ ਮੈਡਮ ਸਾਨੂੰ ਪੜ੍ਹਾਉਂਦੇ ਸੀ, ਪੁਸ਼ਪਾ ਮੈਡਮ, ਉਹ ਭੱਜ ਕੇ ਆਏ। ਉਹਨਾਂ ਨੇ ਮੈਨੂੰ ਬਾਂਹ ਤੋਂ ਫੜ ਕੇ ਇੱਧਰ ਬਿਠਾਤਾ। ਕਹਿੰਦੇ ਜਸਵੀਰ ਇੱਧਰ ਬੈਠ। ਕਹਿੰਦੀ ਤੇਰੀ ਇੰਨੀ ਸੋਹਣੀ ਕੋਟੀ ਪਾਈ ਗਈ ਹੈ ਨਵੀਂ, ਦੇਖ ਕੋਈ ਇਹਨੂੰ ਲਪੇਟ ਦੂਗਾ। ਜੀ ਜੀ ਉਹ ਕੋਟੀ ਸੀ ਨਾ ਜਿਹੜੀ, ਹਾਂਜੀ ਉਸ ਮੈਡਮ ਨੂੰ ਵੀ ਇੰਨੀ ਸੋਹਣੀ ਲੱਗੀ, ਉਹਨੇ ਉਸ ਦਾ ਫਿਕਰ ਕੀਤਾ ਕਿ ਬੱਚੇ ਦੇ ਕਿੰਨੀ ਸੋਹਣੀ ਕੋਟੀ ਪਾਈ ਗਈ ਹੈ, ਜਿਹੜੀ ਮੇਰੇ ਪਿਤਾ ਜੀ ਨੇ ਲੈ ਕੇ ਦਿੱਤੀ ਸੀ। ਉਹ ਕੋਟੀ ਅੱਜ ਵੀ ਪਤਾ ਨਹੀਂ ਹੁਣ ਤਾਂ ਕਿੱਥੇ ਗਈ ਹੈ ਨਾ, ਜੀ 5ਵੀਂ ਦੇ ਵਿੱਚ ਸੀ, ਪਰ ਉਹ ਕੋਟੀ ਅੱਜ ਵੀ ਮੈਂ ਪਾਈ ਹੋਈ ਹੈ। ਸਰੋਂ ਫੁੱਲੇ ਪੀਲੇ ਰੰਗ ਦੀ ਕੋਟੀ, ਉਹਤੇ ਕੋਕਾ ਕੋਲਾ ਰੰਗ ਦੇ, ਕਾਫੀ ਕਲਰ ਦੇ ਹਿਰਨ ਬਣੇ ਹੋਏ ਸੀ ਸਾਰੇ। ਜੀ 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 ਉਹ ਕੋਟੀ ਅੱਜ ਵੀ ਮੈਂ ਪਾਈ ਹੋਈ ਹੈ, ਮੈਨੂੰ ਕਦੇ ਭੁੱਲਦੀ ਨਹੀਂ। ਉਸ ਤੋਂ ਬਾਅਦ ਹਜ਼ਾਰਾਂ ਕੋਟੀਆਂ ਕੋਟ ਲਏ ਨੇ, ਪਰ ਉਹ ਸਵਾਦ, ਉਹ ਨਜ਼ਾਰਾ ਕਦੇ ਨਹੀਂ ਆਇਆ ਨਹੀਂ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ ਉਸ ਯਾਦ ਨਾਲ। ਜੀ ਜੀ ਕਿਹੜਾ ਵੇਲਾ ਤੁਹਾਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ? ਵੇਲਾ ਤੁਸੀਂ ਪੁੱਛਿਆ ਤਾਂ ਮੈਨੂੰ ਸਭ ਤੋਂ ਜ਼ਿਆਦਾ ਇਕਾਂਤ, ਜਦੋਂ ਬਿਲਕੁਲ ਖਾਮੋਸ਼ੀ ਹੋਵੇ। ਮੈਂ ਆਪਣੀ ਕਿਤਾਬ ਦਾ ਨਾਮ ਵੀ ਸ਼ਬਦ ਚਿੱਤਰਾਂ ਵਾਲੀ ਦਾ ਇਹ ਰੱਖਿਆ ਸੀ, ਮੈਂ ਤੇ ਮੇਰੀ ਖਾਮੋਸ਼ੀ। ਜੀ ਉਹਦੇ ਵਿੱਚ ਮੈਂ ਆਪਣਾ ਰੇਖਾ ਚਿੱਤਰ ਆਪ ਹੀ ਲਿਖਿਆ ਸੀ, ਕਿਉਂਕਿ ਮੈਨੂੰ ਲੱਗਦਾ ਸੀ ਵੀ ਮੈਂ ਆਪਣੇ ਆਪ ਨੂੰ ਆਪ ਜ਼ਿਆਦਾ ਜਾਣਦਾ। ਇਹ ਸਵੈ ਰੇਖਾ ਚਿੱਤਰ ਮੇਰਾ ਖਿਆਲ ਤੁਸੀਂ ਹੀ ਇਹ ਇੱਕ ਰੁਝਾਨ ਪਾਇਆ ਹੋਣਾ ਪੰਜਾਬੀ ਸਾਹਿਤ 'ਚ। ਨਹੀਂ, ਪਹਿਲਾਂ ਵੀ ਮਿਲਦੇ ਨੇ। ਅੱਛਾ ਜੀ, ਪਹਿਲਾਂ ਵੀ ਮਿਲਦੇ ਨੇ, ਬਟ ਨਵੀਂ ਪੀੜ੍ਹੀ ਦੇ ਵਿੱਚੋਂ ਮੈਨੂੰ ਲੱਗਦਾ ਹੈ ਵੀ ਘੱਟ ਲਿਖ ਰਹੇ ਨੇ, ਉਹ ਰੁਝਾਨ ਘੱਟ ਗਿਆ। ਬਹੁਤ ਸਾਰੀਆਂ ਵਿਧਾਵਾਂ ਤੇ ਸਾਹਿਤ ਦੇ ਰੂਪ ਨੇ ਜਿਹੜੇ ਅਸੀਂ ਉਹ ਸਕਿਪ ਕਰ ਰਹੇ ਹਾਂ, ਉਲੰਘ ਰਹੇ ਹਾਂ। ਮੈਨੂੰ ਸਵੇਰ ਦਾ ਵੇਲਾ, ਅੰਮ੍ਰਿਤ ਵੇਲਾ ਜਿਹਨੂੰ ਕਹਿੰਦੇ ਆ, ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ,
ਜੀ 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 ਸਾਡੇ ਪਿੰਡ ਜਦੋਂ ਪਾਠੀ ਸਵੇਰੇ 3:30 ਵਜੇ ਸਤਨਾਮ ਵਾਹਿਗੁਰੂ ਕਹਿਣ ਤੋਂ ਪਹਿਲਾਂ ਮਾਈਕ ਔਨ ਕਰਕੇ ਉਹਦੇ ਵਿੱਚ ਐ ਫੂਕ ਮਾਰਦਾ, ਜੀ। ਉਹ ਫੂਕ ਸਿੱਧੀ ਮੇਰੇ ਇੱਥੇ ਵੱਜਦੀ ਆ ਅੰਦਰ ਸਵੇਰੇ। ਉਸ ਦੀ ਵੱਜੀ ਹੋਈ ਉਹ ਮਾਰੀ ਹੋਈ ਫੂਕ ਹੈ ਨਾ ਜਿਹੜੀ, ਜੀ ਸ਼ਬਦਾਂ ਦੀਆਂ, ਕਹਾਣੀਆਂ ਦੀਆਂ, ਅਹਿਸਾਸਾਂ ਹੈ ਨਾ, ਇਹ ਜਿਹੜੀਆਂ ਚੀਜ਼ਾਂ ਨੇ ਕਲਾਤਮਿਕ ਆਪਾਂ ਗੱਲਾਂ ਕਰ ਰਹੇ ਹਾਂ, ਜੀ, ਇਹਨਾਂ ਦੀਆਂ ਹਨੇਰੀਆਂ ਹੀ ਠਾਲ ਦਿੰਦੀ ਹੈ। ਹੂੰ ਮੈਂ ਨਹੀਂ ਪੈ ਸਕਦਾ ਫਿਰ, ਚਾਹੇ 3 ਵਜੇ ਹੋਣ 3:30 ਵਜੇ ਹੋਣ, ਮੈਂ ਉੱਠ ਕੇ ਫਰੈਸ਼ ਹੋ ਕੇ ਲਿਖਣਾ ਪੜ੍ਹਨਾ ਸ਼ੁਰੂ ਕਰ ਦਿੰਦਾ। ਛੁੱਟੀਆਂ ਵੀ ਲੈ ਲੈਣਾ ਸਕੂਲ 'ਚੋਂ ਮੈਂ ਤਾਂ, ਜਦੋਂ ਕੋਈ ਕਹਾਣੀ ਪੜ੍ਹਨ ਦਾ, ਲਿਖਣ ਦਾ, ਇਸ ਤਰ੍ਹਾਂ ਦਾ ਕੰਮ ਹੋਵੇ ਅਤੇ ਉਹ ਹੋ ਨਾ ਰਿਹਾ ਹੋਵੇ। ਫਿਰ ਬੱਚੇ ਸਕੂਲ ਚਲੇ ਜਾਂਦੇ ਨੇ, ਮੈਸੇਜ ਸਕੂਲ ਪੜ੍ਹਾਉਣ ਚਲੀ ਜਾਂਦੀ ਹੈ, ਘਰੇ ਫਿਰ ਮੇਰੇ ਲਈ ਕਲਤਾ ਦੇ ਕਾਂਤ ਹੁੰਦਾ, ਉਹਦੇ ਵਿੱਚ ਵੀ ਮੈਂ ਅੱਛਾ ਲਿਖਦਾ ਪੜ੍ਹਦਾ ਹਾਂ। ਵੇਲਾ ਇਹ ਆ ਜੀ। ਹੁਣੇ ਤੁਸੀਂ ਗੱਲ ਕੀਤੀ, ਜ਼ਿਕਰ ਆਇਆ ਤੁਹਾਡੇ ਸ਼ਰੀਕੇ ਹਯਾਤ ਦਾ, ਤੁਹਾਡੀ ਪਤਨੀ ਦਾ। ਸੋ ਉਸ ਸੰਬੰਧ ਵਿੱਚ ਇੱਕ ਸਵਾਲ ਮੈਂ ਇਹ ਵੀ ਕਰਨਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਆਪਣੀ ਕਹਾਣੀਆਂ ਦੇ ਵਿੱਚ ਕੋਈ ਇਸਤਰੀ ਪਾਤਰ ਸਿਰਜਦੇ ਹੋ, ਉਹਦੀ ਮਾਨਸਿਕਤਾ ਨੂੰ ਚਿੱਤਰਦੇ ਹੋ, ਕੀ ਤੁਹਾਨੂੰ ਕਦੇ ਉਦੋਂ ਇਹ ਖਿਆਲ ਆਇਆ ਕਿ ਮੈਂ ਆਪਣੀ ਪਤਨੀ ਨੂੰ ਵੀ, ਉਹਦੀ ਮਾਨਸਿਕਤਾ ਨੂੰ ਵੀ ਕੀ ਇੰਨੀ ਸ਼ਿੱਦਤ ਦੇ ਨਾਲ ਸਮਝਦਾ ਹਾਂ? ਕੁਝ ਇਸ ਤਰ੍ਹਾਂ ਦਾ ਖਿਆਲ ਤੁਹਾਡੇ ਮਨ 'ਚ ਆਇਆ, ਜਾਂ ਉਹਨਾਂ ਦੀ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਤੁਸੀਂ ਇਸਤਰੀ ਪਾਤਰ ਸਿਰਜਦੇ ਹੋਵੋ? ਹਾਂ, ਜਿਹੜੀ ਸ਼ਰੀਕੇ ਹਯਾਤ ਹਮਸਫਰ ਸਵਰਨ ਕੌਰ ਰਾਜੂ ਹੈ ਉਹਦਾ ਨਾਮ, ਜੀ। ਉਹ ਵੀ SS ਟੀਚਰ ਹੈ ਜੀ। ਅਤੇ ਉਹ, ਮੈਂ ਜਦੋਂ ਵੀ ਕੋਈ ਕਹਾਣੀ ਲਿਖਦਾ ਤਾਂ ਮੇਰੀ ਪਹਿਲੀ ਪਾਠਕ ਹੁੰਦੀ ਹੈ ਜੀ। ਉਹ ਮੇਰੀ ਪਹਿਲੀ ਆਲੋਚਕ ਵੀ ਹੁੰਦੀ ਹੈ ਜੀ। ਉਹ ਜਿਹੜੀ ਕਹਾਣੀ ਨੂੰ ਪੜ੍ਹ ਕੇ ਕਹਿ ਦੇਵੇ ਵੀ ਇਹ ਠੀਕ ਹੈ, ਉਹ ਠੀਕ ਜਾਂਦੀ ਹੈ। ਤੇ ਜੀਵਨ ਦੇ ਵਿੱਚ ਵੀ ਉਹ ਤੁਹਾਡੇ ਆਲੋਚਕ ਹੁੰਦੇ ਨੇ? ਹਾਂ, ਉੱਥੇ ਵੀ ਆਉਣਾ ਮੈਂ। ਜਿਹੜੀ ਕਹਾਣੀ ਨੂੰ ਉਹ ਕਹਿ ਦੇਵੇ ਵੀ ਇਹ ਗਲਤ ਹੈ, ਉਹ ਗਲਤ ਹੁੰਦੀ ਹੈ। ਅੱਛਾ। ਉਹਦਾ ਕਾਰਨ ਹੈ ਵੀ ਅਸੀਂ ਜਿਹੜੀਆਂ ਵੱਖ-ਵੱਖ ਰਿਸ਼ਤਿਆਂ ਦੀਆਂ ਸਮਾਜਿਕ ਪਰਿਵਾਰਕ ਸਾਂਝਾਂ ਨੇ, ਜੀ, ਉਹ ਤਾਂ ਉਸ ਤਰ੍ਹਾਂ ਨਿਭਾਉਂਦੇ ਕਰਦੇ ਆ ਹੀ ਰਹੇ ਹਨ ਆਮ ਮਨੁੱਖਾਂ ਵਾਂਗ। ਜੀ। ਅਤੇ ਉਹਨੂੰ ਇਹ ਗੱਲ ਚੰਗੀ ਲੱਗਦੀ ਹੈ ਵੀ ਇਹ ਮੇਰਾ ਸਾਥੀ ਹੈ, ਜਿਹੜਾ ਜੀਵਨ ਸਾਥੀ, ਇਹ ਲਿਖਣ ਪੜ੍ਹਨ ਵਾਲਾ ਬੰਦਾ ਹੈ, ਕਲਾਤਮਿਕ ਬੰਦਾ, ਇਹ ਚੰਗੀ ਲੱਗਦੀ। ਠੀਕ ਹੈ ਜੀ। ਇਸ ਲਈ ਉਹ ਲਿਖਣ ਪੜ੍ਹਨ ਦੇ ਕੰਮ ਨੂੰ ਬੜਾ ਸਲਾਮ ਕਰਦੀ ਹੈ, ਮੁਹੱਬਤ ਕਰਦੀ ਹੈ, ਨਫ਼ਰਤ ਨਹੀਂ ਕਰਦੀ। ਜੀ ਜੀ। ਕੋਈ ਵਿੱਚ ਅੜਚਨ ਨਹੀਂ ਪਾਉਂਦੀ, ਹੈ ਨਾ, ਜ਼ਿੰਮੇਵਾਰੀਆਂ ਨਿਭਾਉਂਦੀ ਹੈ, ਟਾਈਮ ਦਿੰਦੀ ਹੈ ਲਿਖਣ ਪੜ੍ਹਨ ਨੂੰ, ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀਆਂ, ਉਹ ਵੀ ਬਰਦਾਸ਼ਤ ਕਰਦੀ ਹੈ ਵੀ ਇਹ ਬੰਦਾ ਲਿਖ ਪੜ੍ਹ ਲਵੇ, ਇਹਨੂੰ ਕੋਈ ਆਂਚ ਨਾ ਆਵੇ, ਹੈ ਨਾ। ਠੀਕ ਹੈ ਜੀ। ਅਤੇ ਆਮ ਜ਼ਿੰਦਗੀ ਦੇ ਵਿੱਚ ਵੀ ਸਾਡੀ ਜਿਹੜੀ ਸਮਝ ਹੈ ਨਾ, ਅੰਡਰਸਟੈਂਡਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਹੱਦ ਤੱਕ ਬਹੁਤ ਚੰਗੀ ਹੈ। ਇੱਕ ਜਿਹੜੀ ਕੁਦਰਤ ਵੱਲੋਂ ਔਰਤ ਨੂੰ ਨਾ ਇੱਕ ਸਿਆਣਪ, ਵਿਜ਼ਡਮ ਦਿੱਤੀ ਹੁੰਦੀ ਹੈ ਜੀ, ਉਹਦੇ ਕੋਲ ਵੀ ਹੈ, ਉਹ ਹੁੰਦੀ ਸਭ ਕੋਲ ਹੈ, ਪਰ ਉਹ ਉਹਦੀ ਵਰਤੋਂ ਕਰਦੀ। ਤੁਹਾਨੂੰ ਇੱਕ ਤਾਜ਼ੀ ਉਦਾਹਰਨ ਦਿੰਦਾ, ਬੜਾ ਤੁਹਾਨੂੰ ਸ਼ਾਇਦ ਹਾਸਾ ਵੀ ਆਵੇ ਸੁਣ ਕੇ। ਜ਼ਰੂਰ। ਜਦੋਂ ਮਾਂ ਵਰਗੀਆਂ ਮਾਵਾਂ ਤੋਂ ਅਸੀਂ ਉਰਫ ਰੋਸ਼ੀ ਜਲਾਦ ਕਿਤਾਬ ਰਿਲੀਜ਼ ਕਰਾਈ ਦਸੰਬਰ ਦੇ ਵਿੱਚ, ਹਾਂਜੀ, 13 ਦਸੰਬਰ, ਜੀ, ਸਾਡੇ ਘਰ ਦੇ ਵਿੱਚ ਹੀ ਡਰਾਇੰਗ ਰੂਮ 'ਚ ਫੰਕਸ਼ਨ ਰੱਖਿਆ ਗਿਆ। ਜੀ। ਰਾਜੂ ਕਹਿੰਦੀ ਵੀ ਮੈਂ ਉਸ ਮਾਂ ਦੀ ਇਹ ਆਪਣੇ ਜੀਵਨ ਸਾਥੀ ਜਸਵੀਰ ਰਾਣਾ ਬਾਰੇ ਕਹੀ ਹੋਈ ਇੱਕ ਗੱਲ ਸਾਂਝੀ ਕਰਦੀ ਹਾਂ। ਦਰਸ਼ਕਾਂ ਦੇ ਕੰਨ ਖੜੇ ਹੋ ਗਏ ਵੀ ਪਤਾ ਨਹੀਂ ਕੀ ਕਹੂ, ਜੀ। ਮੈਂ ਵੀ ਐਂ ਡਰਿਆ ਖੜਾ ਵੀ ਪਤਾ ਨਹੀਂ ਕੀ ਕਹੂ। ਉਹ ਕਹਿੰਦੀ ਵੀ ਮੈਂ ਨਹੀਂ, ਇਹ ਉਹ ਕਹਿੰਦੀ ਹੁੰਦੀ ਸੀ, ਕਹਿੰਦੀ ਵੀ ਇਹ ਜਸਵੀਰ ਰਾਣਾ ਤਾਂ ਬਹੁਤ ਚੰਗਾ ਬੰਦਾ ਸੀ, ਬੰਦਾ ਇਹ ਬਹੁਤ ਚੰਗਾ ਸੀ ਜੇ ਲਿਖਦਾ ਨਾ ਹੁੰਦਾ। ਸਾਰੇ ਲੋਕਾਂ ਨੇ ਤਾੜੀਆਂ ਮਾਰੀਆਂ। ਮੈਂ ਅੱਜ ਤੱਕ ਬੜੇ ਸਸੋ ਪੰਜ ਦੇ ਵਿੱਚ ਹਾਂ ਬਈ ਇਹਦਾ ਅਸਲੀ ਅਰਥ ਕੀ ਹੋਇਆ। ਤੇ ਇੱਕ ਪੈਗਾਮ, ਇੱਕ ਸੰਦੇਸ਼ ਲਈ ਥੋੜੇ ਪਲ ਹੋਰ ਆਪਾਂ ਇਸ ਮੁਲਾਕਾਤ ਦੇ ਸਾਂਝੇ ਕਰਦੇ ਹਾਂ। ਕੀ ਸੰਦੇਸ਼ ਦਿਓਗੇ ਤੁਸੀਂ? ਸੰਦੇਸ਼ ਮੇਰਾ ਇਹੀ ਹੈ ਕਿ ਪੰਜਾਬੀ ਮਨੁੱਖਾਂ ਨੂੰ, ਕਿਉਂਕਿ ਆਪਾਂ ਪੰਜਾਬੀ ਆ ਜੀ, ਸਾਨੂੰ ਹਰੇਕ ਬੰਦੇ ਨੂੰ, ਜਿਹੜੇ ਅੱਜ ਕੱਲ੍ਹ ਆਹ ਮੋਬਾਈਲ ਚੱਕੀ ਬੈਠੇ ਆ ਨਾ ਜੀ, ਹਰੇਕ ਬੰਦੇ ਨੂੰ ਕਦੇ ਕਦੇ ਇਹ ਧਰ ਕੇ ਆਹ ਕਿਤਾਬ ਹੈ ਜਿਹੜੀ, ਹੈ ਨਾ ਜੀ, ਕਿਤਾਬ ਵੀ ਚੱਕ ਲੈਣੀ ਚਾਹੀਦੀ ਜੀ। ਬਹੁਤ ਕਿਤਾਬ ਸਾਡੇ ਹੱਥ 'ਚ ਹੋਣੀ ਚਾਹੀਦੀ ਹੈ, ਕਿਤਾਬ ਸਾਡੇ ਇੱਥੇ ਮੱਥੇ 'ਚ ਹੋਣੀ ਚਾਹੀਦੀ ਹੈ। ਜਿਹਦੇ ਹੱਥ ਔਰ ਮੱਥੇ 'ਚ ਕਿਤਾਬ ਹੈ, ਮੇਰੀ ਨਜ਼ਰ ਦੇ ਵਿੱਚ ਉਹੀ ਮਾਂ ਬੋਲੀ ਦਾ ਸੱਚਾ ਸਪੂਤ ਹੈ, ਉਹੀ ਅਸਲੀ ਪੰਜਾਬੀ ਮਨੁੱਖ ਹੈ, ਕਿਉਂਕਿ ਉਹ ਵੇਦਾਂ ਗ੍ਰੰਥਾਂ ਦੀ ਧਰਤੀ ਤੋਂ, ਹੈ ਨਾ, ਇਹਨਾਂ ਪੁਰਖਿਆਂ ਦੀ ਧਰਤੀ ਤੋਂ ਪੈਦਾ ਹੋਇਆ।
ਸਾਡਾ اخلاقی ਫਰਜ਼ ਤੇ ਇਹ ਧਰਮ ਬਣਦਾ, ਅਸੀਂ ਕਿਸੇ ਤੇ ਆਸਾਨ ਨਹੀਂ ਕਰਨਾ। ਜੀ ਜੀ ਜੀ। ਅਸੀਂ ਆਪਣੀਆਂ ਸੁੱਤੀਆਂ ਹੋਈਆਂ ਕਲਾ ਨੇ ਜਿਹੜੀਆਂ ਉਹ ਜਗਾਉਣੀਆਂ ਨੇ, ਉਹਨਾਂ ਨੂੰ ਜਗਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਅੱਖਰ, ਸ਼ਬਦ ਤੇ ਵਿਚਾਰ ਨਾਲ, ਇਹਨਾਂ ਦੀ ਸ਼ਕਤੀ ਨਾਲ, ਇਹਨਾਂ ਦੇ ਵਿੱਚੋਂ ਪੈਦਾ ਹੋਣ ਵਾਲੀ ਸਿਰਜਣਾ ਨਾਲ ਜੁੜਿਆ ਜਾਵੇ, ਜਿਹੜੀ ਕਿਤਾਬਾਂ ਦੇ ਵਿੱਚ ਮੌਜੂਦ ਆ, ਹਨਾ। ਅਧਿਆਪਕ ਹੋਣ ਦੇ ਨਾਤੇ ਵੀ, ਲੇਖਕ ਹੋਣ ਦੇ ਨਾਤੇ ਵੀ ਮੇਰਾ ਤਾਂ ਇਸ ਗੱਲ ਦੇ ਉੱਤੇ ਜ਼ੋਰ ਹੈ ਕਿ ਭਾਈ ਮੋਬਾਈਲ ਇੱਧਰ ਰੱਖੋ, ਕਿਤਾਬ ਹੱਥ 'ਚ ਫੜੋ। ਇੱਕ ਵਾਰ ਬੁੱਲੇ ਸ਼ਾਹ ਖੇਤ ਦੇ ਵਿੱਚ ਬੂਟੇ ਲਾ ਰਿਹਾ ਸੀ, ਕਿਸੇ ਨੇ ਪੁੱਛਿਆ ਕਿ ਰੱਬ ਕਿਵੇਂ ਪ੍ਰਾਪਤ ਕਰੀਂਦਾ? ਜੀ ਜੀ। ਉਹਨੇ ਕੰਮ ਕਰਦੇ ਹੋਏ ਕਹਿੰਦਾ, ਬੁੱਲਿਆ ਰੱਬ ਦਾ ਕੀ ਇਹ ਪਾਉਣਾ, ਹਨਾ ਜੀ। ਇੱਧਰੋਂ ਵੱਢਣਾ, ਇੱਧਰ ਲਾਉਣਾ ਜੀ। ਇੱਧਰ ਲਾਉਣਾ, ਇਹੀ ਇੱਕ ਸੰਦੇਸ਼ ਆ, ਇਹੀ ਮੈਸੇਜ ਆ। ਇਹਦੀ ਸਭ ਤੋਂ ਵੱਧ ਲੋੜ ਆ ਮੈਨੂੰ ਵੀ, ਤੁਹਾਨੂੰ ਵੀ, ਆਪਾਂ ਨੂੰ ਸੁਣਨ ਵਾਲਿਆਂ ਨੂੰ ਵੀ। ਬਹੁਤ ਖੂਬ ਸਰ, ਬਹੁਤ ਬਹੁਤ ਸ਼ੁਕਰੀਆ ਇਸ ਖੂਬਸੂਰਤ ਸੰਦੇਸ਼ ਲਈ ਵੀ ਤੇ ਇਸ ਖੂਬਸੂਰਤ ਗੱਲਬਾਤ ਲਈ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਬਹੁਤ ਸ਼ੁਕਰੀਆ। ਅਸੀਂ ਕੇਵਲ ਕਹਾਣੀਕਾਰ ਨੂੰ ਹੀ ਨਹੀਂ ਮਿਲ ਕੇ ਆਏ, ਕਹਾਣੀ ਨੂੰ ਵੀ ਮਿਲ ਕੇ ਆਏ ਹਾਂ। ਕਹਾਣੀ ਜਿੱਥੋਂ ਪੈਦਾ ਹੁੰਦੀ ਹੈ ਉਹਨਾਂ ਰਾਹਾਂ 'ਚੋਂ ਵੀ ਗੁਜ਼ਰ ਕੇ ਆਏ ਹਾਂ। ਸਾਂਝਾ ਕਰਦੇ ਹਾਂ ਇਹ ਅਨੁਭਵ। ਹਾਂਜੀ ਹਾਂਜੀ। ਹਾਂ, ਇਹ ਜਿਹੜਾ ਆਪਾਂ ਸਕੂਲ ਦੇ ਸਾਹਮਣੇ ਖੜੇ ਆ, ਇਹ ਪਿੰਡ ਬਨਵੌਰਾ ਦਾ ਪੁਰਾਣਾ ਪ੍ਰਾਇਮਰੀ ਸਕੂਲ ਹੈ। ਇਸ ਸਕੂਲ ਦੇ ਵਿੱਚ ਕਹਾਣੀਕਾਰ ਮੋਹਨ ਭੰਡਾਰੀ ਵੀ ਪੜ੍ਹਿਆ ਹੋਇਆ। ਇਸ ਸਕੂਲ ਦੇ ਵਿੱਚ ਮੈਂ ਵੀ ਪੜ੍ਹਾਇਆ ਹੋਇਆ ਜੀ। ਇਸ ਸਕੂਲ ਦੇ ਵਿੱਚ ਸਭ ਤੋਂ ਖੂਬਸੂਰਤ ਗੱਲ ਹੈ ਕਿ ਮੋਹਨ ਭੰਡਾਰੀ ਦੀ ਜਿਹੜੇ ਸਾਰੀਆਂ ਕਲਾਸਾਂ ਦੀ ਮੈਨੂੰ ਲੱਗਦਾ ਜਵਾਕਾਂ ਨੇ ਪੜ੍ਹੀ ਹੋ ਕਹਾਣੀ, ਮੈਨੂੰ ਟੈਗੋਰ ਬਣਾ ਦੇ ਮਾਂ ਜੀ, ਉਹ ਇਸ ਸਕੂਲ ਦੇ ਘਟਨਾ ਸਥਲ ਹੈ, ਇੱਥੇ ਵਾਪਰਦੀ ਹੈ। ਇੱਥੋਂ ਦੀ ਬਦਰੂ ਹੈ ਜਿਹੜਾ ਆਪਣੇ ਖੋਤੇ ਉਹ ਮੋਹਰਾਣੇ ਵਾਲੇ ਭੱਠੇ ਤੋਂ ਇੱਟਾਂ ਦੇ ਲੈ ਕੇ ਲੰਘਦਾ ਜੀ। ਇਸ ਲਈ ਇਹ ਆਪਾਂ ਇੱਕ ਇਤਿਹਾਸਿਕ, ਸਾਹਿਤਕ ਤੌਰ ਤੇ ਕਹਾਣੀ ਦੇ ਪੱਖ ਤੋਂ ਇਤਿਹਾਸਿਕ ਥਾਂ ਦੇ ਉੱਤੇ ਖੜੇ ਆ। ਇੱਥੋਂ ਦੀ ਮੋਹਨ ਭੰਡਾਰੀ ਦੀ ਕਹਾਣੀ ਲੰਘੀ ਸੀ, ਮੈਨੂੰ ਟੈਗੋਰ ਬਣਾ ਦੇ ਮਾਂ ਜੀ। ਜਦੋਂ ਤੁਸੀਂ ਇਸ ਸਕੂਲ ਤੋਂ ਆਪਣੇ ਪਿੱਛੇ ਨੂੰ ਮੁੜ ਕੇ ਦੇਖਦੇ ਹੋ, ਸਾਹਮਣੇ ਫਿਲਮਾਂ ਵਾਲਾ ਧਰਮਿੰਦਰ ਵਿਆਹਿਆ ਹੋਇਆ, ਉਸ ਦਾ ਸਹੁਰਾ ਘਰ ਹੈ ਜੀ। ਸਨੀ ਦਿਓਲ ਤੇ ਬੌਬੀ ਦਿਓਲ ਦੇ ਨਾਨਕਿਆਂ ਦਾ ਘਰ ਹੈ। ਇਸ ਦੇ ਘਰ ਦੇ ਵਿੱਚ ਜਤਿੰਦਰ ਸੋਹੀ, ਉਹਦੇ ਮਾਮੇ ਦਾ ਮੁੰਡਾ ਤੇ ਸਾਰਾ ਪਰਿਵਾਰ ਰਹਿੰਦਾ ਹੈ ਜੀ। ਬਹੁਤ ਖੁਸ਼ੀ ਹੈ ਕਿ ਤੁਸੀਂ ਇਹਨਾਂ ਥਾਵਾਂ ਦੀ ਜ਼ਿਆਰਤ ਕਰਨ ਵਾਸਤੇ ਆਏ ਹੋ ਜੀ। ਚੰਗਾ ਲੱਗਿਆ। ਬਹੁਤ ਸ਼ੁਕਰੀਆ ਸਰ।